मैं ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਅੱਜ 31 ਅਗਸਤ 2021 ਹੈ ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਆਪਣੀ ਕਿਤਾਬ ਜਿਹੜੀ ਆਪਾਂ 5ਵੀਂ ਕਿਤਾਬ ਸ਼ੁਰੂ ਕੀਤੀ ਹੈ ਸਮੇਂ ਦੀ ਮਹਿਕ, ਉਹਦੇ ਵਿੱਚੋਂ ਪਹਿਲਾਂ ਇੱਕ ਮੈਂ ਲੇਖ ਪੜ੍ਹਦਾ ਅਤੇ ਫਿਰ ਉਸ ਲੇਖ ਵਿੱਚ ਜਿਹੜੇ ਮੈਂ ਨੁਕਤੇ ਉਠਾਏ ਹੁੰਦੇ ਹੈਗੇ ਉਹਨਾਂ ਦੇ ਉੱਪਰ ਇੱਕ ਚਰਚਾ ਛੇੜਨ ਦੀ ਗੱਲ ਕਰਦੇ ਹਾਂ ਜਾਂ ਇੱਕ ਸੰਵਾਦ ਰਚਾਉਣ ਦੀ ਗੱਲ ਕਰਦੇ ਹਾਂ, ਜਾਂ ਜਿਹੜੇ ਨੁਕਤੇ ਉਹਦੇ ਵਿੱਚ ਮੈਂ ਨਹੀਂ ਉਠਾਏ ਹੁੰਦੇ। ਅਤੇ ਇਸ ਕੰਮ ਲਈ ਮੈਨੂੰ ਤੁਹਾਡੇ ਟੈਲੀਫੋਨ ਕਾਲਸ ਦੀ ਜ਼ਰੂਰਤ ਹੁੰਦੀ ਆ ਅਤੇ ਤੁਸੀਂ ਟੈਲੀਫੋਨ ਰਾਹੀਂ ਆਪਣੇ ਵਿਚਾਰ ਮੇਰੇ ਨਾਲ, ਸਰੋਤਿਆਂ ਨਾਲ, ਦਰਸ਼ਕਾਂ ਨਾਲ ਸਾਂਝੇ ਕਰਦੇ ਹਾਂ। ਸਾਡੀਆਂ ਟੈਲੀਫੋਨ ਲਾਈਨਸ ਹੁਣ ਤੋਂ ਹੀ ਖੁੱਲ੍ਹੀਆਂ। ਜੇ ਤੁਸੀਂ UK ਤੋਂ ਟੈਲੀਫੋਨ ਕਰ ਰਹੇ ਹੋ ਤਾਂ ਫਿਰ ਉਹਦਾ ਨੰਬਰ ਹੈਗਾ 0300 770 2246 ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਫੋਨ ਕਰ ਰਹੇ ਹੋ ਤਾਂ ਫਿਰ ਤੁਹਾਨੂੰ 0044 300 770 2246 ਨੰਬਰ ਘੁੰਮਾਉਣਾ ਪਊਗਾ। ਜਿਹੜਾ ਅੱਜ ਮੈਂ ਤੁਹਾਡੇ ਨਾਲ ਲੇਖ ਸਾਂਝਾ ਕਰਨਾ ਚਾਹੁੰਦਾ ਅਤੇ ਜਿਹੜਾ ਮੈਂ ਮਹੀਨੇ ਦੇ ਅਖੀਰਲੇ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਸ਼ੁਰੂ ਕਰਿਆ, ਜਿਹੜਾ ਕਿ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈਗਾ ਵੀ ਹੋਇਆ ਕਰੂਗਾ ਫਿਊਚਰ ਦੇ ਵਿੱਚ ਵੀ, ਉਹ ਹੈ ਇੱਕ ਸਾਇੰਸਦਾਨ ਬਾਰੇ, ਕਿਸੇ ਸਾਇੰਸਦਾਨ ਬਾਰੇ ਜਿਹੜੀ ਆ ਸਕੈਚ ਮੈਂ ਲਿਖਿਆ ਹੈਗਾ, ਬਾਇਓਗ੍ਰਾਫੀ ਹੈ ਛੋਟੀ ਜਿਹੀ ਲਿਖੀ ਹੁੰਦੀ, ਉਹਦੇ ਬਾਰੇ ਚਰਚਾ ਜ਼ਰੂਰ ਕਰਿਆ ਕਰਾਂਗੇ। ਅਤੇ ਇਹ ਲੇਖ ਜਿਹੜਾ ਹੈਗਾ ਮੇਰੀ ਇਸ ਕਿਤਾਬ ਵਿੱਚ ਵੀ ਹੈ, ਪਰ ਇਸ ਕਿਤਾਬ ਵਿੱਚ ਛਪਣ ਤੋਂ ਬਾਅਦ ਮੈਂ ਇਸ ਲੇਖ ਦੇ ਵਿੱਚ ਕੁਛ ਹੋਰ ਐਡੀਸ਼ਨਸ, ਕੁਛ ਪੈਰੇ ਯਾਨੀ ਕਿ ਹੋਰ ਵੀ ਲਿਖੇ ਹੈਗੇ ਆ, ਅਤੇ ਇਸ ਕਰਕੇ ਮੈਂ ਜਿਹੜਾ ਹੈਗਾ ਅੱਜ ਜਿਹੜਾ ਹੱਥ ਲਿਖਤ ਹੈਗਾ ਉਹ ਲੈ ਕੇ ਆਇਆ ਹੈਗਾ। ਅਤੇ ਇਹ ਜਿਹੜੀ ਕਿਤਾਬ ਹੈਗੀ ਇਹ ਵੀ ਛਪਣ ਲਈ ਭੇਜ ਦਿੱਤੀ ਹੈ, ਜਿਹਦੇ ਵਿੱਚ 15-16 ਸਾਇੰਸਦਾਨਾਂ ਦੀਆਂ ਜਿਹੜੀਆਂ ਜੀਵਨੀਆਂ ਹੈਗੀਆਂ, ਅਤੇ ਉਹ ਕਿਤਾਬ ਵੀ ਛੇਤੀ ਜਿਹੜੀ ਆ ਉਹ ਬਾਹਰ ਆ ਜਾਊਗੀ। ਜਿਸ ਸਾਇੰਸਦਾਨ ਬਾਰੇ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ, ਸੰਵਾਦ ਰਚਾਉਣਾ ਚਾਹੁੰਦਾ, ਡਿਸਕੋਰਸ ਰਚਾਉਣਾ ਚਾਹੁੰਦਾ, ਉਹ ਹੈ ਮਹਾਨ ਵਿਗਿਆਨੀ ਚਾਰਲਸ ਰੋਬਰਟ ਡਾਰਵਿਨ। ਅਤੇ ਇਹ ਲੇਖ ਜਿਹੜਾ ਹੈਗਾ ਕਾਫੀ ਲੰਬਾ ਹੈ, ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਾਲਸ ਜਿਹੜੀਆਂ ਆਪਣੀਆਂ ਕਿਊ ਅਪ ਕਰ ਲਓ ਅਤੇ ਆਪਾਂ ਇਹਦੇ 'ਤੇ ਅੱਜ ਭਰਪੂਰ ਚਰਚਾ ਕਰਾਂਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਹੋ ਜਿਹੇ ਮਸਲੇ ਲੈ ਕੇ ਆਉਣਾ ਹੈਗਾ ਆਪਣੇ ਪ੍ਰੋਗਰਾਮ ਵਿੱਚ ਜਿਹੜੇ ਕਿ ਐਜੂਕੇਸ਼ਨਲ ਹੋਣ, ਜਿਨ੍ਹਾਂ ਨਾਲ ਆਮ ਲੋਕਾਂ ਦਾ ਭਲਾ ਹੋ ਸਕੇ ਅਤੇ ਜਿਨ੍ਹਾਂ ਨਾਲ ਅਸੀਂ ਸੁਖੀ ਜੀਵਨ ਬਤੀਤ ਕਰ ਸਕੀਏ। ਅਤੇ ਮੇਰਾ ਖਿਆਲ ਤੁਹਾਨੂੰ ਇਸ ਲੇਖ ਵਿੱਚੋਂ ਵੀ ਬਹੁਤ ਕੁਛ ਮਿਲੂਗਾ। ਚਾਰਲਸ ਰੋਬਰਟ ਡਾਰਵਿਨ ਦੇ ਵਿਕਾਸ ਸਿਧਾਂਤ ਓਰੀਜਨ ਆਫ ਸਪੀਸ਼ੀਜ਼ ਨੇ ਜਿੰਨੀ ਬਹਿਸ ਦੁਨੀਆ ਵਿੱਚ ਛੇੜੀ, ਉਨੀ ਅਜੇ ਤੱਕ ਕਿਸੇ ਵੀ ਸਿਧਾਂਤ ਅਤੇ ਕਿਤਾਬ ਉੱਪਰ ਨਹੀਂ ਹੋਈ। ਇਹ ਬਹਿਸ ਅੱਜ ਤੱਕ ਜਾਰੀ ਹੈ ਅਤੇ ਮੈਨੂੰ ਇਉਂ ਲੱਗਦਾ ਹੈ ਕਿ ਇਹ ਬਹਿਸ ਪੁਸ਼ਤਾਂ ਤੱਕ ਜਾਰੀ ਰਹੇਗੀ। ਡਾਰਵਿਨ ਨੇ ਆਪਣੀ ਪ੍ਰਸਿੱਧ ਪੁਸਤਕ ਓਰੀਜਨ ਆਫ ਸਪੀਸ਼ੀਜ਼ 11 ਸਤੰਬਰ 1859 ਨੂੰ ਮੁਕੰਮਲ ਕੀਤੀ ਅਤੇ 24 ਨਵੰਬਰ 1859 ਨੂੰ ਇਹ ਪ੍ਰਕਾਸ਼ਿਤ ਹੋਈ। 1250 ਕਾਪੀਆਂ ਪਹਿਲੀ ਵਾਰ ਛਪੀਆਂ ਅਤੇ ਛਪਣ ਵਾਲੇ ਦਿਨ ਹੀ ਹੱਥੋਂ ਹੱਥ ਸਾਰੀਆਂ ਵਿਕ ਗਈਆਂ। ਵਿਕਾਸ ਦਾ ਸਿਧਾਂਤ ਉਦੋਂ ਆਮ ਜਨਤਾ ਲਈ ਇੱਕ ਅਨੋਖੀ ਜਿਹੀ ਗੱਲ ਸੀ, ਇਸ ਲਈ ਇਸ 'ਤੇ ਬੜੀ ਚਰਚਾ ਹੋਈ। ਬਹੁਤੀ ਵਿਰੋਧਤਾ ਚਰਚ ਜਾਨੀ ਈਸਾਈ ਮਤ ਦੇ ਪੈਰੋਕਾਰਾਂ ਵੱਲੋਂ ਹੋਈ, ਕਿਉਂਕਿ ਇਸ ਕਿਤਾਬ ਨੇ ਧਾਰਮਿਕ ਅਦਾਰਿਆਂ ਦਾ ਸਿੰਘਾਸਨ ਹਿਲਾ ਕੇ ਰੱਖ ਦਿੱਤਾ ਅਤੇ ਉਹ ਸਿੰਘਾਸਨ ਅੱਜ ਤੱਕ ਡਾਵਾਡੋਲ ਹੈ। ਜਿਹੜੀਆਂ ਧਾਰਮਿਕ ਪੁਸਤਕਾਂ, ਗ੍ਰੰਥ ਅਤੇ ਰੱਬ ਨੂੰ ਪਹੁੰਚੇ, ਲੋਕ ਇਹ ਦਾਅਵਾ ਕਰਦੇ ਸਨ ਕਿ ਇਨਸਾਨ ਨੂੰ ਰੱਬ ਨੇ ਫਲਾਣੇ ਦਿਨ ਪੈਦਾ ਕੀਤਾ ਸੀ, ਦਾ ਖੋਖਲਾਪਨ ਡਾਰਵਿਨ ਨੇ ਜਗ ਜ਼ਾਹਰ ਕਰ ਦਿੱਤਾ ਸੀ। ਈਸਾਈ ਮਤ ਵਿੱਚ ਇਹ ਪ੍ਰਚਲਿਤ ਸੀ ਕਿ ਇਨਸਾਨ ਅਤੇ ਜੀਵ ਜੰਤੂ ਬਣੇ ਬਣਾਏ ਪਰਮਾਤਮਾ ਵੱਲੋਂ ਆਉਂਦੇ ਹਨ। ਇਹ ਖਿਆਲ ਕਿ ਆਦਮੀ ਬਾਂਦਰ ਸ਼੍ਰੇਣੀ ਤੋਂ ਵਿਕਾਸ ਕਰਕੇ ਬਣਿਆ ਹੈ, ਉਸ ਵੇਲੇ ਕੋਈ ਪਾਦਰੀ ਜਾਂ ਇਹਨਾਂ ਦਾ ਗੁਰੂ ਘੰਟਾਲ ਬਿਸ਼ਪ ਸੁਣਨਾ ਵੀ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੂਨ 1860 ਵਿੱਚ ਬ੍ਰਿਟਿਸ਼ ਐਸੋਸੀਏਸ਼ਨ ਵੱਲੋਂ ਇਸ ਸਿਧਾਂਤ ਉੱਪਰ ਵਿਚਾਰ ਕਰਨ ਦੇ ਲਈ ਇੱਕ ਧੜੱਲੇਦਾਰ ਮੀਟਿੰਗ ਹੋਈ ਅਤੇ ਉਸ ਮੀਟਿੰਗ ਵਿੱਚ ਬਹੁਤ ਵੱਡਾ ਇਕੱਠ ਹੋਇਆ। ਸਾਰਾ ਧਰਮੀ ਭਾਈਚਾਰਾ ਵਿਕਾਸ ਸਿਧਾਂਤ ਦੇ ਖਿਲਾਫ ਅਤੇ ਲਗਭਗ ਸਾਰੇ ਚੋਟੀ ਦੇ ਸਾਇੰਸਦਾਨ ਇਸ ਦੇ ਹੱਕ ਵਿੱਚ ਸਨ। ਜਿਸ ਹਾਲ ਵਿੱਚ ਇਕੱਤਰਤਾ ਹੋਈ ਉਹ ਖਚਾ ਖਚ ਭਰਿਆ ਹੋਇਆ ਸੀ, ਤਿਲ ਧਰਨ ਦੀ ਥਾਂ ਨਹੀਂ ਸੀ। ਮੰਚ ਉੱਪਰ ਇੱਕ ਪਾਸੇ ਆਕਸਫੋਰਡ ਦਾ ਪ੍ਰਸਿੱਧ ਬਿਸ਼ਪ ਵਲਵਰ ਫੋਰਸ ਸੀ ਅਤੇ ਦੂਜੇ ਪਾਸੇ ਡਾਰਵਿਨ ਦੇ ਹਮਾਇਤੀ ਸਾਇੰਸਦਾਨ ਹੁਕਰ
ਅਤੇ ਹਕਸਲੇ ਬੈਠੇ ਸਨ। ਡਾਰਬਨ ਆਪਣੇ ਸ਼ਰਮਾਕਲ ਸੁਭਾਅ ਅਨੁਸਾਰ ਮੀਟਿੰਗ ਵਿੱਚ ਨਹੀਂ ਸੀ ਆਇਆ। ਡਾਰਬਨ ਤਾਂ ਬਹੁਤ ਹੀ ਸ਼ਾਂਤ ਸੁਭਾਅ ਅਤੇ ਨਿਮਰ ਸ਼ਖਸੀਅਤ ਵਾਲਾ ਸਰੀਰ ਪੱਖੋਂ ਕਮਜ਼ੋਰ ਇਨਸਾਨ ਸੀ। ਉਹ ਧਾਰਮਿਕ ਲੋਕਾਂ ਨਾਲ ਰਫੜ ਵਿੱਚ ਪੈਣਾ ਹੀ ਨਹੀਂ ਸੀ ਚਾਹੁੰਦਾ। ਮੀਟਿੰਗ ਵਿੱਚ ਪਹਿਲਾਂ ਗੁਰੂ ਘੰਟਾਲ ਬਿਸ਼ਪ ਸਾਹਿਬ ਬੋਲੇ। ਕੋਈ ਦਲੀਲ ਜਾਂ ਸੂਝ ਦੀ ਗੱਲ ਨਾ ਕੀਤੀ, ਕੇਵਲ ਮਿਹਣੇ ਅਤੇ ਟਿਚਕਰਾਂ ਹੀ ਕਰਦੇ ਰਹੇ। ਬਿਸ਼ਪ ਸਾਹਿਬ ਸਾਇੰਸਦਾਨ ਹਕਸਲੇ ਵੱਲ ਮੂੰਹ ਕਰਕੇ ਕਹਿਣ ਲੱਗਾ ਕਿ ਤੁਹਾਡਾ ਪਤਾਮਾ ਬਾਂਦਰ ਨਾਲ ਸੰਬੰਧਿਤ ਆਪਣੇ ਦਾਦੇ ਰਾਹੀਂ ਹੈ ਜਾਂ ਦਾਦੀ ਕਰਕੇ। ਆਖਰ ਇਹ ਕਹਿ ਕੇ ਜੋ ਕੁਝ ਡਾਰਬਨ ਕਹਿੰਦਾ ਹੈ ਉਹ ਬਾਈਬਲ ਅੰਜੀਲ ਦੇ ਬਿਲਕੁਲ ਵਿਰੁੱਧ ਹੈ ਅਤੇ ਫਿਰ ਬੈਠ ਗਿਆ। ਪਾਦਰੀਆਂ ਅਤੇ ਹੋਰ ਆਈ ਭੀੜ ਨੇ ਬੜੀਆਂ ਤਾੜੀਆਂ ਮਾਰੀਆਂ। ਜੋ ਔਰਤਾਂ ਉੱਥੇ ਬੈਠੀਆਂ ਸਨ ਉਹਨਾਂ ਨੇ ਰੁਮਾਲ ਝੁਲਾਏ, ਮਾਨੋ ਕਿ ਉਹਨਾਂ ਦੀ ਡੈਥ ਹੋ ਗਈ ਹੈ। ਹੁਣ ਸਾਰੇ ਸਰੋਤਿਆਂ ਦੀਆਂ ਅੱਖਾਂ ਹਕਸਲੇ ਵੱਲ ਲੱਗੀਆਂ ਹੋਈਆਂ ਸਨ। ਪ੍ਰਧਾਨ ਨੇ ਉਸ ਨੂੰ ਬੋਲਣ ਲਈ ਕਿਹਾ। ਹਕਸਲੇ ਉੱਠਿਆ ਅਤੇ ਕਹਿਣ ਲੱਗਾ ਕਿ ਮੈਂ ਸਾਇੰਸ ਦੇ ਪੱਖ ਦਾ ਵਕੀਲ ਹਾਂ। ਬਿਸ਼ਪ ਸਾਹਿਬ ਦਾ ਭਾਸ਼ਣ ਮੈਂ ਬਹੁਤ ਗੌਰ ਨਾਲ ਸੁਣਿਆ ਹੈ, ਪਰ ਮੈਨੂੰ ਕੋਈ ਐਸੀ ਦਲੀਲ ਨਜ਼ਰ ਨਹੀਂ ਆਈ ਜਿਹੜੀ ਵਿਕਾਸ ਸਿਧਾਂਤ ਦੇ ਖਿਲਾਫ ਹੋਵੇ। ਤੁਸੀਂ ਕਹਿੰਦੇ ਹੋ ਕਿ ਇਹ ਸਿਧਾਂਤ ਸਿਰਜਣਹਾਰ ਪਰਮਾਤਮਾ ਨੂੰ ਸ੍ਰਿਸ਼ਟੀ ਵਿੱਚੋਂ ਕੱਢ ਦਿੰਦਾ ਹੈ, ਪਰ ਤੁਸੀਂ ਜਾਣਦੇ ਹੋ ਕਿ ਇਨਸਾਨ ਦੀ ਉਤਪਤੀ ਮਾਦੇ ਦੇ ਇੱਕ ਤੁਪਕੇ ਤੋਂ ਹੋਈ ਹੈ ਅਤੇ ਉਹ ਹੀ ਵਿਕਾਸ ਕਰਕੇ ਵੱਡਾ ਮਨੁੱਖ ਬਣਦਾ ਹੈ। ਬਾਕੀ ਰਹੀ ਇਹ ਗੱਲ ਕਿ ਮੇਰੇ ਵੱਡੇ ਬਾਂਦਰ ਸਨ, ਇਸ ਦੀ ਮੈਨੂੰ ਕੋਈ ਸ਼ਰਮ ਨਹੀਂ। ਇਹ ਕੁਦਰਤ ਦਾ ਨਿਯਮ ਹੈ ਅਤੇ ਇਸ ਵਿੱਚ ਹੀ ਜੀਵਨ ਦੀ ਸਫਲਤਾ ਹੈ। ਜੋ ਸ਼ਰਮ ਦੀ ਗੱਲ ਹੈ ਤਾਂ ਉਹ ਇਹ ਹੈ ਕਿ ਮੈਂ ਇਹੋ ਜਿਹੇ ਮਹਾਂਪੁਰਖ ਦੇ ਨਾਲ ਬੈਠਾ ਹੋਵਾਂ ਜਿਹੜਾ ਸਮਝ, ਸਿਆਣਪ ਅਤੇ ਵਿਦਵਤਾ ਰੱਖਦਾ ਹੋਇਆ ਝੂਠ ਅਤੇ ਵਹਿਮ ਦਾ ਪ੍ਰਚਾਰਕ ਬਣਿਆ ਹੋਇਆ ਹੈ। ਇਹ ਜਵਾਬ ਸੁਣ ਕੇ ਬਿਸ਼ਪ ਤਾਂ ਮੁਸਕਰਾਉਂਦਾ ਰਿਹਾ, ਪਰ ਉਸ ਦੇ ਸਾਥੀ ਪਾਦਰੀ ਗੁੱਸੇ ਨਾਲ ਲਾਹਨਤਾਂ ਪਾਉਂਦੇ ਰਹੇ ਅਤੇ ਉਹਨਾਂ ਦੀ ਚੇਲੀ ਲੇਡੀ ਬਰੂਸਟਰ ਤਾਂ ਬੇਹੋਸ਼ ਹੋ ਗਈ ਅਤੇ ਉਸ ਨੂੰ ਚੁੱਕ ਕੇ ਕਮਰੇ ਤੋਂ ਬਾਹਰ ਜਾਣਾ ਪਿਆ। ਇਹਨਾਂ ਦੋਵਾਂ ਦੇ ਪਿੱਛੋਂ ਕੈਪਟਨ ਫਿਟਜ਼ਰਾਏ ਉੱਠਿਆ। ਬਾਈਬਲ ਨੂੰ ਹੱਥ ਵਿੱਚ ਹਿਲਾ ਹਿਲਾ ਕੇ ਆਖਣ ਲੱਗਾ, ਇਹ ਪਰਮਾਤਮਾ ਦਾ ਫਰਮਾਨ ਹੈ, ਇਸ ਦੇ ਵਿਰੁੱਧ ਜੋ ਕੁਝ ਕੋਈ ਆਖੇ ਉਹ ਕੁਫਰ ਹੈ। ਨਾਲ ਹੀ ਆਪਣੇ ਆਪ ਨੂੰ ਲਾਹਨਤਾਂ ਪਾਵੇ ਕਿ ਮੈਂ ਇਸ ਡਾਰਬਨ ਕਾਫਰ ਨੂੰ ਨਾਲ ਲਿਜਾ ਕੇ ਐਵੇਂ ਅਪਜਸ ਖੱਟਿਆ। ਇਸ ਤੋਂ ਬਾਅਦ ਕਈ ਹੋਰ ਬੋਲੇ ਅਤੇ ਅਖੀਰ ਵਿੱਚ ਸਰ ਹੁਕਰ ਉੱਠਿਆ। 4 ਘੰਟੇ ਬਹਿਸ ਚੱਲਦੀ ਰਹੀ। ਇੱਕ ਪਾਸੇ ਵਹਿਮ ਭਰਮ ਅਤੇ ਦੂਜੇ ਪਾਸੇ ਸਾਇੰਸ। ਕੋਈ ਮੰਨੇ ਨਾ ਮੰਨੇ, ਅੰਤ ਜਿੱਤ ਤਾਂ ਅਕਲ ਅਤੇ ਸਾਇੰਸ ਦੀ ਹੀ ਹੋਣੀ ਸੀ। ਜਦ ਵੀ ਡਾਰਬਨ ਦੇ ਸਮਰਥਕ ਕਿਸੇ ਗੰਭੀਰ ਬਹਿਸ ਵਿੱਚ ਉਲਝਦੇ ਤਾਂ ਪ੍ਰਸ਼ੰਸਾ ਵੀ ਡਾਰਬਨ ਨੂੰ ਹੀ ਮਿਲਦੀ ਅਤੇ ਜੇ ਗਾਲਾਂ ਸੁਣਨੀਆਂ ਪੈਂਦੀਆਂ ਤਾਂ ਵੀ ਡਾਰਬਨ ਨੂੰ ਹੀ। ਪਰ ਮਹਾਨ ਵਿਗਿਆਨੀ ਡਾਰਬਨ ਆਪਣੀ ਖੋਜ ਵਿੱਚ ਦ੍ਰਿੜਤਾ ਨਾਲ ਲੱਗਾ ਰਿਹਾ। ਇੱਕ ਪੁਸਤਕ ਉਸਨੇ 1862 ਵਿੱਚ ਛਾਪੀ, ਦੂਜੀ 1869 ਵਿੱਚ ਅਤੇ 1871 ਵਿੱਚ ਉਸਨੇ ਇਨਸਾਨ ਦੀ ਪੈਦਾਇਸ਼ ਦੇ ਵਿਸ਼ੇ ਉੱਤੇ ਇੱਕ ਹੋਰ ਪੁਸਤਕ ਪ੍ਰਕਾਸ਼ ਕੀਤੀ, ਜਿਸ ਵਿੱਚ ਉਸਨੇ ਸਾਬਤ ਕੀਤਾ ਕਿ ਇਨਸਾਨ ਦਾ ਵੱਡਾ ਵਡੇਰਾ ਯੈਟੀ ਹੈ ਅਤੇ ਉਹ ਬਾਂਦਰਾਂ ਦੀ ਬਰਾਦਰੀ ਦਾ ਉੱਚਾ ਮੈਂਬਰ ਹੈ। ਡਾਰਬਨ ਦੀ ਕਾਮਯਾਬੀ ਦਾ ਭੇਦ ਇੱਕ ਤਾਂ ਉਸ ਦੀ ਦ੍ਰਿੜਤਾ ਸੀ ਅਤੇ ਦੂਜੀ ਉਹ ਹਰ ਚੀਜ਼ ਨੂੰ ਪੂਰੇ ਗੌਰ ਨਾਲ ਵੇਖਦਾ ਅਤੇ ਉਸ ਦੀ ਤਹਿ ਤੱਕ ਪਹੁੰਚਣ ਦਾ ਯਤਨ ਕਰਦਾ। ਇਸ ਯੁੱਗ ਪਲਟਾਊ ਅਤੇ ਧਰਮ ਦੀਆਂ ਚਿਗਾਠਾਂ ਹਿਲਾਉਣ ਵਾਲੇ ਮਹਾਨ ਸਾਇੰਸਦਾਨ ਚਾਰਲਸ ਰਾਬਰਟ ਡਾਰਬਨ ਦਾ ਜਨਮ 12 ਫਰਵਰੀ 1809 ਨੂੰ ਇੰਗਲੈਂਡ ਦੇ ਸ਼ਹਿਰ ਸ਼੍ਰਿਊਜ਼ਬਰੀ ਵਿੱਚ ਹੋਇਆ। ਡਾਰਬਨ ਦਾ ਬਾਪ ਕਿੱਤੇ ਵੱਲੋਂ ਇੱਕ ਡਾਕਟਰ ਸੀ ਅਤੇ ਧਨ ਦੌਲਤ ਨਾਲ ਰੱਜਿਆ ਪੁੱਜਿਆ ਹੋਇਆ ਸੀ। ਡਾਰਬਨ ਦੇ 5 ਹੋਰ ਭੈਣ ਭਰਾ ਸਨ ਅਤੇ ਡਾਰਬਨ 5ਵੇਂ ਨੰਬਰ ਉੱਤੇ ਸੀ। ਡਾਰਬਨ ਦਾ ਬਾਬਾ ਇਰਾਸਮਸ ਡਾਰਬਨ ਮੰਨਿਆ ਹੋਇਆ ਕਵੀ ਸੀ। ਡਾਰਬਨ ਅਜੇ 8 ਵਰ੍ਹਿਆਂ ਦਾ ਸੀ ਕਿ ਉਹਦੀ ਮਾਂ ਸੁਜ਼ਾਨਾ ਵਿਜ਼ਵੁੱਡ ਉਹਨੂੰ ਸਦਾ ਲਈ ਅਲਵਿਦਾ ਕਹਿ ਗਈ। ਡਾਰਬਨ ਦਾ ਪਾਲਣ ਪੋਸ਼ਣ ਉਹਦੀਆਂ ਵੱਡੀਆਂ ਭੈਣਾਂ ਅਤੇ ਘਰ ਵਿੱਚ ਰੱਖੀਆਂ ਨੌਕਰਾਣੀਆਂ ਨੈਨੀਆਂ ਨੇ ਕੀਤਾ। ਉਹਦੀ ਮੁੱਢਲੀ ਪੜ੍ਹਾਈ ਸ਼੍ਰਿਊਜ਼ਬਰੀ ਸਕੂਲ ਵਿੱਚ ਹੋਈ ਅਤੇ ਉਹਨੂੰ ਹੋਸਟਲ ਵਿੱਚ ਰੱਖਿਆ ਗਿਆ। ਬਚਪਨ ਤੋਂ ਹੀ ਉਸ ਦੀ ਰੁਚੀ ਪੜ੍ਹਨ ਵੱਲ ਘੱਟ ਸੀ ਅਤੇ ਵੱਖਰੀ ਕਿਸਮ ਦੀਆਂ ਚੀਜ਼ਾਂ ਇਕੱਠੀਆਂ ਕਰਨ ਵੱਲ ਜ਼ਿਆਦਾ ਸੀ। ਕੋਈ ਸੰਖ ਮਿਲੇ, ਕੋਈ ਸਿੱਕਾ ਮਿਲੇ, ਕੋਈ ਚਮਕਦੀ ਧਾਤ ਮਿਲੇ, ਕੋਈ ਪੌਦਾ ਮਿਲੇ, ਹਰ ਇਹੋ ਜਿਹੀ ਚੀਜ਼ ਇਕੱਠੀ ਕਰਨ ਵਿੱਚ ਉਹ ਸਵਾਦ ਲੈਂਦਾ ਸੀ। ਉਹ ਮਰੇ ਹੋਏ ਕੀਟ ਪਤੰਗਿਆਂ ਅਤੇ ਪੰਛੀਆਂ ਨੂੰ ਬਰੀਕੀ ਨਾਲ ਘੋਖਦਾ ਅਤੇ ਉਹਨਾਂ ਨੂੰ ਇਕੱਠੇ ਕਰਦਾ ਰਹਿੰਦਾ ਸੀ। ਕੁਝ ਵੇਲ ਮਿਲੇ ਤਾਂ ਬੰਦੂਕ ਚਲਾਉਣ ਲੱਗ ਪੈਣਾ, ਤਿਤਲੀਆਂ ਅਤੇ ਨਿੱਕੇ ਕਿਰਮ ਇਕੱਠੇ ਕਰਦੇ ਰਹਿਣਾ। ਉਹ ਆਪਣੇ ਸੰਗ੍ਰਹਿ ਨੂੰ ਵਧਾਉਣ ਲਈ ਕਦੇ ਪੰਛੀਆਂ ਦਾ ਸ਼ਿਕਾਰ ਵੀ ਕਰ ਲਿਆ ਕਰਦਾ ਸੀ। ਚਾਰਲਸ ਡਾਰਬਨ ਦੀ ਵੱਡੀ ਭੈਣ ਨੂੰ ਇਹ ਸਭ ਚੰਗਾ ਨਾ ਲੱਗਦਾ। ਉਸ ਦੇ ਬਹੁਤ ਕਹਿਣ ਉੱਤੇ ਉਹਨਾਂ ਨੇ ਇਹ ਆਦਤ ਛੱਡ ਦਿੱਤੀ, ਕਿਉਂਕਿ ਉਹ ਆਪਣੀ ਵੱਡੀ ਭੈਣ ਦੀ ਬਹੁਤ ਇੱਜ਼ਤ ਕਰਦਾ ਸੀ ਅਤੇ ਉਹਨੂੰ ਆਪਣੀ ਮਾਂ ਦੇ ਸਮਾਨ ਦਰਜਾ ਦਿੰਦਾ ਸੀ। ਅਕਤੂਬਰ 1825 ਨੂੰ ਚਾਰਲਸ ਆਪਣੇ ਭਰਾ ਇਰਾਸਮਸ ਨਾਲ ਐਡਿਨਬਰਾ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਚਲਾ ਗਿਆ।
ਚਾਰਲਸ ਦਾ ਬਾਪ ਅਤੇ ਦਾਦਾ ਅਰਾਸਮਸ ਮੰਨਿਆ ਹੋਇਆ ਕਵੀ ਅਤੇ ਨਾਮਵਰ ਡਾਕਟਰ ਵੀ ਸੀ। ਇਸੇ ਕਰਕੇ ਚਾਰਲਸ ਦਾ ਬਾਪ ਚਾਹੁੰਦਾ ਸੀ ਕਿ ਉਹ ਵੀ ਇੱਕ ਡਾਕਟਰੀ ਪੇਸ਼ਾ ਅਖਤਿਆਰ ਕਰੇ, ਪਰ ਉਸ ਨੂੰ ਡਾਕਟਰੀ ਰਤਾ ਵੀ ਖਿੱਚ ਨਹੀਂ ਸੀ ਪਾਉਂਦੀ। ਉਦੋਂ ਅਜੇ ਕਿਰਮ ਨਾਸ਼ਕ ਦਵਾਈਆਂ ਨਹੀਂ ਸਨ ਬਣੀਆਂ ਅਤੇ ਸਰਜਰੀ ਹੁੰਦੀ ਵੇਖ ਕੇ ਨੱਕ ਬੰਦ ਕਰਕੇ ਉਹ ਕੋਹਾਂ ਦੂਰ ਨੱਸਦਾ ਸੀ। ਕੋਮਲ 'ਚ ਚਾਰਲਸ ਨੂੰ ਡਾਕਟਰੀ ਦੀ ਪੜ੍ਹਾਈ ਇਸੇ ਕਰਕੇ ਵੀ ਚੰਗੀ ਨਾ ਲੱਗੀ ਕਿ ਉਹ ਲੋਕਾਂ ਦਾ ਦੁੱਖ ਦਰਦ ਅਤੇ ਵਗਦਾ ਖੂਨ ਨਹੀਂ ਸੀ ਦੇਖ ਸਕਦਾ। ਫਿਰ ਚਾਰਲਸ ਦੇ ਡਾਕਟਰ ਬਾਪ ਨੇ ਫੈਸਲਾ ਕੀਤਾ ਕਿ ਉਹਨੂੰ ਪਾਦਰੀ ਬਣਾ ਦਿੱਤਾ ਜਾਵੇ। ਚਾਰਲਸ ਵੀ ਇਸ ਪੜ੍ਹਾਈ ਲਈ ਇਸ ਕਰਕੇ ਮੰਨ ਗਿਆ ਕਿ ਉਹ ਆਪਣਾ ਕੁਦਰਤੀ ਖੋਜ ਕਰਨ ਦਾ ਸ਼ੌਕ ਪੂਰਾ ਕਰਨ ਲਈ ਆਜ਼ਾਦ ਹੋਵੇਗਾ। ਪਾਦਰੀ ਦੀ ਪੜ੍ਹਾਈ ਲਈ ਮਨ ਬਣਾਉਣ ਤੋਂ ਪਹਿਲਾਂ ਚਾਰਲਸ ਨੇ ਈਸਾਈਅਤ ਬਾਰੇ ਕਈ ਕਿਤਾਬਾਂ ਪੜ੍ਹੀਆਂ ਤਾਂ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਤਾਂ ਮਿਲ ਸਕੇ। ਪਾਦਰੀ ਬਣਨ ਲਈ ਇਹ ਸ਼ਰਤ ਸੀ ਕਿ ਉਹ ਇੰਗਲੈਂਡ ਦੀ ਯੂਨੀਵਰਸਿਟੀ ਤੋਂ BA ਦੀ ਡਿਗਰੀ ਪਾਸ ਕਰੇ। ਇਸੇ ਕਰਕੇ ਚਾਰਲਸ ਨੇ 15 ਅਕਤੂਬਰ 1827 ਨੂੰ ਕ੍ਰਾਈਸਟ ਕਾਲਜ ਕੈਂਬਰਿਜ ਵਿੱਚ ਦਾਖਲਾ ਲੈ ਲਿਆ। ਇਸ ਪੜ੍ਹਾਈ ਲਈ ਗ੍ਰੀਕ ਭਾਸ਼ਾ ਆਉਣੀ ਜ਼ਰੂਰੀ ਸੀ ਅਤੇ ਗ੍ਰੀਕ ਭਾਸ਼ਾ ਚਾਰਲਸ ਨੇ ਛੋਟੇ ਹੁੰਦਿਆਂ ਪੜ੍ਹੀ ਹੋਈ ਸੀ, ਪਰ ਹੁਣ ਉਹ ਭੁੱਲ ਭੁਲਾ ਚੁੱਕਾ ਸੀ। ਇਸ ਕਮੀ ਨੂੰ ਪੂਰਾ ਕਰਨ ਲਈ ਚਾਰਲਸ ਲਈ ਘਰ ਵਿੱਚ ਹੀ ਟਿਊਸ਼ਨ ਰੱਖੀ ਗਈ ਅਤੇ ਇਹ ਹੀ ਕਾਰਨ ਸੀ ਕਿ ਚਾਰਲਸ 26 ਜਨਵਰੀ 1828 ਤੋਂ ਪਹਿਲਾਂ ਕੈਂਬਰਿਜ ਨਹੀਂ ਸੀ ਆਇਆ। ਤੇਜ਼ ਦਿਮਾਗ ਚਾਰਲਸ ਨੇ ਯੂਨੀਵਰਸਿਟੀ ਦੇ ਸੈਨੇਟ ਹਾਊਸ ਤੋਂ 26 ਫਰਵਰੀ 1828 ਨੂੰ ਗ੍ਰੀਕ ਭਾਸ਼ਾ ਦੀ 10ਵੀਂ ਪਾਸ ਕਰ ਲਈ। ਹੁਣ ਕਾਲਜ ਦੇ ਹੋਸਟਲ ਦੇ ਸਾਰੇ ਕਮਰੇ ਭਰ ਗਏ ਸਨ ਅਤੇ ਚਾਰਲਸ ਨੂੰ ਕਾਲਜ ਤੋਂ ਬਾਹਰ ਇੱਕ ਤੰਬਾਕੂ ਵੇਚਣ ਵਾਲੇ ਦੀ ਦੁਕਾਨ ਉੱਪਰ ਰਹਿਣਾ ਪਿਆ। ਚਾਰਲਸ ਦਾ ਮਨ ਕੁਦਰਤੀ ਵਰਤਾਰਿਆਂ ਵਿੱਚ ਖੁੱਬਾ ਹੋਣ ਕਰਕੇ ਉਹ ਕਦੇ ਵੀ ਮੋਹਰੀ ਵਿਦਿਆਰਥੀਆਂ ਵਿੱਚੋਂ ਨਹੀਂ ਸੀ। ਉਹ ਜ਼ਿਆਦਾ ਸਮਾਂ ਕੀੜੇ ਪਤੰਗੇ ਇਕੱਠੇ ਕਰਨ ਅਤੇ ਉਹਨਾਂ ਬਾਰੇ ਜਾਣਨ ਵਿੱਚ ਗੁਜ਼ਾਰਦਾ ਅਤੇ ਜਾਂ ਸ਼ਿਕਾਰ ਖੇਡਣ, ਘੋੜੇ ਦੀ ਸਵਾਰੀ ਕਰਨ, ਤਾਸ਼ ਖੇਡਣ ਅਤੇ ਤਿਤਲੀਆਂ ਇਕੱਠੀਆਂ ਕਰਨ ਵਿੱਚ ਮਸਤ ਰਹਿੰਦਾ। ਕੈਂਬਰਿਜ ਰਹਿੰਦਿਆਂ ਉਹਨੇ ਹੰਬੋਲਟ ਦੀ ਲਿਖੀ ਆਪਣੀ ਜੀਵਨ ਕਥਾ ਪੜ੍ਹੀ ਅਤੇ ਉਸ ਦੇ ਮਨ ਵਿੱਚ ਕੁਦਰਤ ਨੂੰ ਸੰਸਾਰ ਵਿੱਚ ਘੁੰਮ ਫਿਰ ਕੇ ਵੇਖਣ ਦਾ ਚਾਅ ਪੈਦਾ ਹੋ ਗਿਆ। ਉਦੋਂ ਹੀ ਉਸ ਦੇ ਬੋਟਨੀ ਯਾਨੀ ਪੌਦਿਆਂ ਦੀ ਪੜ੍ਹਾਈ ਦੇ ਪ੍ਰੋਫੈਸਰ ਜੌਨ ਸਟੀਵਨਸਨ ਹੈਂਸਲੋ ਨਾਲ ਬੜੇ ਗੂੜ੍ਹੇ ਸੰਬੰਧ ਬਣ ਗਏ ਅਤੇ ਚਾਰਲਸ ਉਹਨਾਂ ਦਾ ਚੇਲਾ ਬਣ ਗਿਆ। ਉਸ ਨੇ ਜ਼ਿਆਦਾ ਜਾਣਕਾਰੀ ਲੈਣ ਲਈ ਜਿਓਲੋਜੀ ਦੇ ਲੈਕਚਰਾਂ ਵਿੱਚ ਜਾਣਾ ਸ਼ੁਰੂ ਕਰਤਾ। ਪ੍ਰੋਫੈਸਰ ਦੀ ਸ਼ਾਗਿਰਦੀ ਨੇ ਚਾਰਲਸ ਨੂੰ ਕੁਦਰਤੀ ਵਰਤਾਰਿਆਂ ਬਾਰੇ ਢੇਰ ਜਾਣਕਾਰੀ ਦਿੱਤੀ। ਹੁਣ ਚਾਰਲਸ ਇੱਕ ਸਵਾਦਲੇ ਸੰਸਾਰ ਦੀ ਪ੍ਰਦਖਣਾ ਕਰਨ ਵਾਲੇ ਟੋਲੇ ਵਿੱਚ ਸ਼ਾਮਲ ਹੋ ਗਿਆ ਸੀ। ਚਾਰਲਸ ਆਪਣੀ ਪੜ੍ਹਾਈ ਵੀ ਕਰ ਰਿਹਾ ਸੀ ਅਤੇ ਉਹਨੇ BA ਦੀ ਡਿਗਰੀ 1831 ਵਿੱਚ ਪਾਸ ਕਰ ਲਈ। ਇਸ ਤੋਂ ਬਾਅਦ ਕੁਝ ਦੇਰ ਲਈ ਪ੍ਰੋਫੈਸਰ ਐਡਮ ਸਿਜ਼ਬਿਕ ਨੇ ਉਹਨੂੰ ਜ਼ਮੀਨ ਦੀਆਂ ਪਰਤਾਂ ਬਾਰੇ ਬੜਾ ਕੁਝ ਸਮਝਾਇਆ ਅਤੇ ਉਹ ਪ੍ਰੋਫੈਸਰ ਨਾਲ ਨਾਰਥ ਵੇਲਜ਼ ਦੇ ਟੂਰ 'ਤੇ ਵੀ ਗਿਆ। ਪਰ ਅਸਲੀ ਕਹਾਣੀ ਤਾਂ ਉਸ ਵੇਲੇ ਰੰਗ ਲਿਆਈ ਜਦ ਚਾਰਲਸ ਦੇ ਦੋਸਤ ਅਤੇ ਪ੍ਰੋਫੈਸਰ ਜੌਨ ਸਟੀਵਨ ਹਿੰਸਲੋ ਨੇ ਉਹਨੂੰ ਮਨਾ ਲਿਆ ਕਿ ਖੋਜ ਦੇ ਰਾਹ 'ਤੇ ਜਾ ਰਹੇ ਸਮੁੰਦਰੀ ਜਹਾਜ਼ ਵਾਲੇ ਮੌਕੇ ਨੂੰ ਖੁੰਝਾਇਆ ਬਿਲਕੁਲ ਨਾ ਜਾਵੇ। ਕਈ ਸਾਲ ਇਸ ਕੰਮ ਦੀਆਂ ਤਿਆਰੀਆਂ ਹੁੰਦੀਆਂ ਰਹੀਆਂ ਸਨ ਕਿ ਇੱਕ ਜਹਾਜ਼ ਦੱਖਣੀ ਅਮਰੀਕਾ ਅਤੇ ਲਾਗੇ ਚਾਗੇ ਦੇ ਟਾਪੂਆਂ ਦੀ ਪ੍ਰਦਖਣਾ ਕਰਕੇ ਆਏ ਅਤੇ ਉੱਥੋਂ ਦੇ ਬੇਲ ਬੂਟੇ ਅਤੇ ਜੀਵ ਜੰਤੂ ਦੇਖ ਕੇ ਸੰਸਾਰ ਦੇ ਉਸ ਪਾਸੇ ਬਾਰੇ ਗਿਆਨ ਵਧਾਵੇ। ਪ੍ਰੋਫੈਸਰ ਹੰਸਲੋ ਨੇ ਸਿਫਾਰਿਸ਼ ਕੀਤੀ ਕਿ ਜਿਹੜਾ HMS ਬੀਗਲ ਨਾਂ ਦਾ ਜਹਾਜ਼ ਦੌਰੇ ਉੱਤੇ ਜਾਣਾ ਹੈ ਉਸ ਵਿੱਚ ਚਾਰਲਸ ਡਾਰਵਿਨ ਨੂੰ ਉਸ ਦੇ ਕੁਦਰਤੀ ਖੋਜੀ ਨੈਚੁਰਲਿਸਟ ਵਾਲੀ ਥਾਂ ਦਿੱਤੀ ਜਾਵੇ। ਜਹਾਜ਼ ਦੇ ਕਪਤਾਨ ਫਿਟਜ਼ਰਾਏ ਨੇ ਜਦ ਡਾਰਵਿਨ ਨੂੰ ਵੇਖਿਆ ਤਾਂ ਉਹ ਉਸ ਨੂੰ ਪਸੰਦ ਨਾ ਆਇਆ। ਇਹ ਉਹੀ ਫਿਟਜ਼ਰਾਏ ਹੈ ਜਿਹਨੇ ਡਾਰਵਿਨ ਦੇ ਸਿਧਾਂਤ ਦੀ ਗੱਜ ਵੱਜ ਕੇ ਵਿਰੋਧਤਾ ਕੀਤੀ ਸੀ ਕਿ ਮੈਂ ਇਸ ਕਾਫਰ ਨੂੰ ਨਾਲ ਲੈ ਕੇ ਐਵੇਂ ਘੁੰਮਦਾ ਰਿਹਾ। ਡਾਰਵਿਨ ਦਾ ਬਾਪ ਵੀ ਉਸ ਨੂੰ ਇਸ ਟ੍ਰਿਪ ਉੱਤੇ ਭੇਜਣ ਲਈ ਰਜ਼ਾਮੰਦ ਨਹੀਂ ਸੀ। ਦੋ ਪਾਸੀ ਮੁਖਾਲਫਤ ਦੇ ਬਾਵਜੂਦ ਪ੍ਰੋਫੈਸਰ ਹੈਂਸਲੋ ਦੇ ਜਿਤਨਾ ਸਦਕਾ ਡਾਰਵਿਨ ਬਿਨਾਂ ਤਨਖਾਹ ਦੇ 27 ਦਸੰਬਰ 1831 ਨੂੰ ਇਸ ਜਹਾਜ਼ ਦਾ ਸਲਾਹਕਾਰ ਬਣ ਕੇ ਚਲਾ ਗਿਆ। ਇਹ ਜਹਾਜ਼ ਦੱਖਣੀ ਅਮਰੀਕਾ ਤੋਂ ਸਿਵਾ ਈਗਲ, ਆਸਟ੍ਰੇਲੀਆ, ਨਿਊਜ਼ੀਲੈਂਡ, ਗਲੈਪਾਗੋਸ ਆਈਲੈਂਡਸ ਅਤੇ ਪੈਸੀਫਿਕ ਓਸ਼ਨ ਆਦਿ ਕਿੰਨੇ ਹੀ ਜਜ਼ੀਰਿਆਂ ਉੱਤੇ ਗਿਆ। ਇਸ ਯਾਤਰਾ ਨੇ ਡਾਰਵਿਨ ਦੀ ਘਾਟ ਘੱਟ ਦਿੱਤੀ ਅਤੇ ਉਹਨੇ ਦੱਖਣੀ ਅਮਰੀਕਾ ਦੇ ਫੋਸਿਲਸ, ਗਲਾਪਾਗੋਸ ਦੇ ਪੰਛੀ ਅਤੇ ਹੋਰ ਬਹੁਤ ਕੁਝ ਵੇਖਿਆ ਅਤੇ ਇਕੱਠਾ ਕੀਤਾ। ਉਹਨੇ ਜ਼ਮੀਨਾਂ ਦੀਆਂ ਪਰਤਾਂ ਅਤੇ ਜਾਨਵਰਾਂ ਪੰਛੀਆਂ ਬਾਰੇ ਖੋਜਾਂ ਕੀਤੀਆਂ। ਇਸ 5 ਸਾਲਾਂ ਦੀ ਯਾਤਰਾ ਨੇ ਡਾਰਵਿਨ ਨੂੰ ਮਾਹਰ ਬਣਾ ਦਿੱਤਾ ਅਤੇ ਇਸ ਨਾਲ ਉਹਦਾ ਆਪਣਾ ਜੀਵਨ ਤਾਂ ਬਦਲਿਆ ਹੀ ਸਗੋਂ ਉਹਦੀ ਸੂਖਮ ਦਿੱਖ ਨਾਲ ਕੀਤੀ ਖੋਜ ਨੇ ਸੰਸਾਰ ਦੇ ਗਿਆਨ ਨੂੰ ਐਸਾ ਪਲਸੇਟਾ ਮਾਰਿਆ ਕਿ ਦੁਨੀਆ ਦੀ ਸੋਚ ਨੇ ਇੱਕ ਵੱਖਰੀ ਤੌਰ ਅਪਣਾ ਲਈ। ਉਹ ਆਪਣੀਆਂ ਖੋਜਾਂ ਨੂੰ ਆਪਣੀ ਨੋਟਬੁੱਕ ਵਿੱਚ ਲਿਖਦਾ ਰਿਹਾ ਅਤੇ ਆਪਣੀ ਸੋਚ ਅਤੇ ਤਜਰਬਿਆਂ ਨੂੰ ਵੀ ਵੇਰਵੇ ਦਿੰਦਾ ਰਿਹਾ। ਇਹ ਉਹਦੀ ਰੋਜ਼ਮਰਾ ਦੀ ਇੱਕ ਡਾਇਰੀ ਸੀ ਜਿਸ ਨੇ 1839 ਵਿੱਚ ਇੱਕ ਪ੍ਰਸਿੱਧ ਕਿਤਾਬ ਜਰਨਲ ਆਫ ਰਿਸਰਚਜ਼ ਨੂੰ ਜਨਮ ਦਿੱਤਾ। ਇਸੇ ਕਿਤਾਬ ਦਾ ਨਾਮ 1905 ਵਿੱਚ
ਵੌਇਸ ਆਫ ਦੀ ਬੀਗਲ ਰੱਖਿਆ ਗਿਆ। ਚਾਰਲਸ ਨੇ ਭੂਚਾਲ, ਝੱਖੜ, ਹਨੇਰੀਆਂ, ਮੀਂਹ, ਤੂਫਾਨ ਆਪਣੀ ਇਸ ਖੋਜ ਭਰੀ ਯਾਤਰਾ ਵਿੱਚ ਦੇਖੇ ਅਤੇ ਝੱਲੇ ਸਨ ਅਤੇ ਇਹਨਾਂ ਕੁਦਰਤੀ ਵਰਤਾਰਿਆਂ ਦਾ ਅਸਰ ਵੀ ਵੇਖਿਆ ਸੀ ਕਿ ਕਿਵੇਂ ਪਾਣੀ ਨਾਲ ਜ਼ਮੀਨ ਖੁਰ ਜਾਂਦੀ ਹੈ, ਭੂਚਾਲ ਨਾਲ ਕਿਵੇਂ ਉਥਲ ਪੁਥਲ ਹੁੰਦੀ ਹੈ ਅਤੇ ਇਹਨਾਂ ਸਭ ਵਰਤਾਰਿਆਂ ਦਾ ਜੀਵ ਜੰਤੂਆਂ ਅਤੇ ਪੰਛੀਆਂ ਦੀ ਬਣਤਰ ਅਤੇ ਉਹਨਾਂ ਦੇ ਜੀਂਦੇ ਰਹਿਣ ਦੀ ਜੱਦੋਜਹਿਦ ਉੱਪਰ ਕਿਸ ਤਰ੍ਹਾਂ ਅਸਰ ਪੈਂਦਾ ਹੈ। ਚਾਰਲਸ ਨੇ ਕੁਦਰਤੀ ਵਰਤਾਰਿਆਂ ਨਾਲ ਹੋ ਰਹੀਆਂ ਤਬਦੀਲੀਆਂ ਬਾਰੇ ਬਹੁਤ ਹੀ ਗੌਰ ਨਾਲ ਦੇਖਿਆ, ਘੋਖਿਆ ਅਤੇ ਤਰਕਸੰਗ ਨਤੀਜੇ ਕੱਢੇ। ਕਰਤਾਰੀ ਸ਼ਕਤੀਆਂ ਅਤੇ ਕਰਨ ਕਰਾਵਨਹਾਰ ਸੁਆਮੀ ਕਰਤਾਰੀ ਦਾਅਵੇਦਾਰਾਂ ਦੇ ਖਿਲਾਫ ਇਹ ਇੱਕ ਬਹੁਤ ਵੱਡੀ ਲਲਕਾਰ ਸਿੱਧ ਹੋਈ, ਜਿਹਨੇ ਉਹਨਾਂ ਨੂੰ ਬੁਖਲਾ ਦਿੱਤਾ ਅਤੇ ਉਹਨਾਂ ਦੀਆਂ ਸੋਚਣ ਖੋਪੜੀਆਂ ਨੂੰ ਪੁੱਠਿਆਂ ਕਰ ਮਾਰਿਆ। ਉਹਨਾਂ ਦੀ ਸਦੀਆਂ ਦੀ ਬਣੀ ਧੌਂਸ ਉੱਤੇ ਇਹ ਮਾਰੂ ਸੱਟ ਸੀ। ਚਾਰਲਸ ਨੇ 5 ਸੈਚੀਆਂ ਦੀ ਇੱਕ ਹੋਰ ਕਿਤਾਬ ਦ ਜ਼ੂਲੋਜੀ ਆਫ ਦੀ ਬॉयਜ਼ ਆਫ HMS ਬੀਗਲ 1838 ਤੋਂ 1838 ਤੋਂ 43 ਲਿਖ ਮਾਰੀ, ਜਿਹਦੇ ਵਿੱਚ ਉਹਨੇ ਕੀੜਿਆਂ ਮਕੌੜਿਆਂ ਬਾਰੇ ਲਿਖਿਆ। ਚਾਰਲਸ ਨੇ ਜ਼ਮੀਨ ਨੂੰ ਖੋਦ ਕੇ ਮਰ ਚੁੱਕੇ ਜੀਵ ਜੰਤੂਆਂ ਬਾਰੇ ਖੋਜ ਕੀਤੀ ਅਤੇ ਕਈ ਅਹਿਮ ਸਵਾਲ ਖੜ੍ਹੇ ਕੀਤੇ ਕਿ ਇੰਨੀ ਦੇਰ ਦੇ ਮਰ ਚੁੱਕੇ ਜਾਨਵਰ ਹੁਣ ਵਾਲੇ ਜਾਨਵਰਾਂ ਨਾਲ ਕਿਉਂ ਨਹੀਂ ਮੇਲ ਖਾਂਦੇ, ਹੁਣ ਵਾਲੇ ਜਾਨਵਰਾਂ ਨਾਲ ਕਿਉਂ ਮੇਲ ਖਾਂਦੇ ਹਨ। ਇਸ ਸੰਸਾਰ ਵਿੱਚ ਇੰਨੇ ਜੀਵ ਜੰਤੂ, ਜਾਨਵਰ, ਪੰਛੀ ਕਿਉਂ ਹਨ ਅਤੇ ਇਹ ਵੱਖਰੇ ਵੱਖਰੇ ਕਿਉਂ ਹਨ ਅਤੇ ਆਪਸ ਵਿੱਚ ਮਿਲਦੇ ਵੀ ਕਿਉਂ ਨਹੀਂ। ਜੇਕਰ ਰੱਬ ਪਰਮਾਤਮਾ ਭਗਵਾਨ ਅੱਲਾਹ ਵਾਹਿਗੁਰੂ ਨੇ ਹੀ ਸਭ ਕੁਝ ਪੈਦਾ ਕੀਤਾ ਹੈ, ਜਿਹਦੀ ਰਜ਼ਾ ਤੋਂ ਬਿਨਾਂ ਦਾ ਪੱਤਾ ਵੀ ਨਹੀਂ ਹਿੱਲ ਸਕਦਾ, ਤਾਂ ਵੱਖਰੇ ਵੱਖਰੇ ਜੰਗਲਾਂ ਵਿੱਚ ਰਹਿੰਦੇ ਜਾਨਵਰ ਜੁਦੇ ਜੁਦੇ ਕਿਉਂ ਹਨ ਜਦੋਂ ਕਿ ਉੱਥੇ ਦਾ ਪੌਣ ਪਾਣੀ ਇੱਕੋ ਜਿਹਾ ਹੀ ਹੈ। ਚਾਰਲਸ ਨੇ ਆਪਣੀਆਂ ਖੋਜਾਂ ਜਾਰੀ ਰੱਖੀਆਂ ਅਤੇ ਇਹਨਾਂ ਉੱਠ ਰਹੇ ਸਵਾਲਾਂ ਦਾ ਜਵਾਬ ਤਰਕ ਉੱਪਰ ਸੋਚਣ ਲੱਗਾ। ਹੌਲੀ ਹੌਲੀ ਗੱਲ ਨਿਤਰਨ ਲੱਗੀ ਕਿ ਹਰ ਇੱਕ ਚੀਜ਼ ਬਦਲਾਅ ਵਿੱਚ ਰਹਿੰਦੀ ਹੈ ਅਤੇ ਬਦਲਾਅ ਹੀ ਜ਼ਿੰਦਗੀ ਹੈ। ਇਸ ਉੱਪਰ ਸਮੇਂ ਅਤੇ ਕੁਦਰਤੀ ਵਰਤਾਰਿਆਂ ਦੇ ਨਾਲ ਨਾਲ ਪੌਣ ਪਾਣੀ ਦਾ ਪ੍ਰਭਾਵ ਪੈਂਦਾ ਹੈ, ਜੋ ਇਸ ਬਦਲਾਅ ਵਿੱਚ ਸਹਾਇਤਾ ਕਰਦਾ ਹੈ। ਇਹ ਬਦਲਾਅ ਕੁਦਰਤ ਦਾ ਨਿਯਮ ਹੈ ਅਤੇ ਇਸ ਵਿੱਚ ਕਿਸੇ ਵੀ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਅਗੰਮੀ ਸ਼ਕਤੀ ਦਾ ਕੋਈ ਰੋਲ ਨਹੀਂ ਹੈ। ਇਹਨਾਂ ਗੱਲਾਂ ਦਾ ਸੰਕੇਤ ਚਾਰਲਸ ਦੇ ਡਾਕਟਰ ਅਤੇ ਕਵੀ ਬਾਬੇ ਰਾਸਮਸ ਡਾਰਬਨ ਅਤੇ ਮਹਾਨ ਫਰਾਂਸੀਸੀ ਸਾਇੰਸਦਾਨ ਜੀਨ ਲਮਾਰਕ ਨੇ ਪਹਿਲਾਂ ਹੀ ਦਿੱਤਾ ਹੋਇਆ ਸੀ। ਚਾਰਲਸ ਡਾਰਬਨ ਦਾ ਸਿਧਾਂਤ ਸਾਫ਼ ਹੋ ਰਿਹਾ ਸੀ ਕਿ ਸਾਰੀ ਜੀਵਨ ਦੀ ਕਾਇਨਾਤ ਇੱਕ ਜੀਵ ਤੋਂ ਸ਼ੁਰੂ ਹੋਈ ਹੈ ਅਤੇ ਉਹ ਹੀ ਇੱਕ ਐਸਾ ਬਾਬਾ ਬੋੜ ਹੈ ਜਿਸ ਤੋਂ ਸ਼ਾਖਾਂ ਫੁੱਟੀਆਂ ਹਨ ਅਤੇ ਉਹਨਾਂ ਸ਼ਾਖਾਂ ਤੋਂ ਅਗਾਂਹ ਸ਼ਾਖਾ ਫੁੱਟਦੀਆਂ ਰਹੀਆਂ ਅਤੇ ਜੀਵਨ ਧਾਰਾ ਇਸੇ ਤਰ੍ਹਾਂ ਹੀ ਚੱਲੀ ਸੀ ਅਤੇ ਚੱਲਦੀ ਜਾ ਰਹੀ ਹੈ। ਜਿਹੜੇ ਪੌਦੇ ਅਤੇ ਜੀਵ ਜੰਤੂ, ਪੰਛੀ, ਜਾਨਵਰ ਚਾਰਲਸ ਨੇ ਇਸ 5 ਸਾਲਾ ਯਾਤਰਾ ਦੌਰਾਨ ਇਕੱਠੇ ਕੀਤੇ ਸਨ, ਉਹਨਾਂ ਵਿੱਚ ਕਈ ਐਸੇ ਸਨ ਜੋ ਬੇਮਿਸਾਲ ਸਨ। ਚਾਰਲਸ ਇਸ ਸਾਰੇ ਵਰਤਾਰੇ ਬਾਰੇ ਗੰਭੀਰਤਾ ਨਾਲ ਸੋਚਣ ਲੱਗਾ ਅਤੇ ਨਤੀਜੇ ਕੱਢਣ ਲੱਗਾ ਕਿ ਜੀਵ ਅਤੇ ਪੌਦੇ ਹੌਲੀ ਹੌਲੀ ਬਦਲਦੇ ਰਹਿੰਦੇ ਹਨ ਅਤੇ ਸਮੇਂ ਵਾਤਾਵਰਨ ਮੁਤਾਬਕ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਉਹ ਇਸ ਨਤੀਜੇ 'ਤੇ ਪਹੁੰਚਾ ਕਿ ਕੁਦਰਤੀ ਵਰਤਾਰਿਆਂ ਨਾਲ ਜੀਵ ਜੰਤੂਆਂ, ਜਾਨਵਰਾਂ ਅਤੇ ਪੌਦਿਆਂ ਦੀ ਭਰਮਾਰ ਉੱਜੜਦੀ ਵੀ ਰਹਿੰਦੀ ਹੈ ਅਤੇ ਉਹ ਹੀ ਬਚੇ ਰਹਿੰਦੇ ਹਨ ਜੋ ਇਹਨਾਂ ਕੁਦਰਤੀ ਵਰਤਾਰਿਆਂ ਤੋਂ ਬਚੇ ਰਹਿ ਸਕਣ। ਕਮਜ਼ੋਰ ਜੀਵ ਜੰਤੂ ਅਤੇ ਪੌਦੇ ਮਰ ਜਾਂਦੇ ਹਨ। ਜਨਸੰਖਿਆ ਦੀ ਬਹੁਤਾਤ ਉੱਪਰ ਰੋਕ ਲਾਉਣ ਦਾ ਇਹ ਕੁਦਰਤੀ ਵਰਤਾਰਾ ਹੈ। ਇਸ ਜਿਉਂਦੇ ਰਹਿਣ ਦੀ ਜੱਦੋਜਹਿਦ ਵਿੱਚ ਕੁਦਰਤੀ ਚੋਣ ਹੀ ਸਾਹਮਣੇ ਆਉਂਦੀ ਹੈ। ਇਹੀ ਕਾਰਨ ਹੈ ਕਿ ਇਸ ਵਰਤਾਰੇ ਵਿੱਚੋਂ ਜਿਉਂਦੇ ਨਿਕਲਣ ਵਾਲੇ ਜੀਵ ਜੰਤੂ ਅਤੇ ਪੌਦੇ ਅਗਾਂਹ ਤੋਰਾ ਤੋਰਦੇ ਹਨ ਅਤੇ ਮਰ ਚੁੱਕਿਆਂ ਦੀਆਂ ਨਸਲਾਂ ਹੌਲੀ ਹੌਲੀ ਖਤਮ ਹੋ ਜਾਂਦੀਆਂ ਹਨ। ਡਾਰਬਨ ਦੀਆਂ ਖੋਜਾਂ ਨੇ ਇਹ ਵੀ ਸਾਬਤ ਕੀਤਾ ਕਿ ਕਿਵੇਂ ਨਰ ਜਾਨਵਰ, ਜੀਵ ਜੰਤੂ, ਪੰਛੀ ਅਤੇ ਪੌਦੇ ਆਪਣੀ ਨਸਲ ਅਗਾਂਹ ਤੋਰਨ ਲਈ ਆਪਸ ਵਿੱਚ ਮੁਕਾਬਲਾ ਕਰਦੇ ਹਨ ਅਤੇ ਮਾਦਾ ਉੱਪਰ ਪ੍ਰਭਾਵ ਪਾ ਕੇ ਮੇਲ ਕਰਦੇ ਹਨ। ਚਾਰਲਸ ਡਾਰਬਨ ਨੇ ਆਪਣੇ ਸਮੇਂ ਵਿੱਚ ਮਿਲਦੀਆਂ ਸਾਇੰਸ ਦੀਆਂ ਕਿਤਾਬਾਂ ਦੀ ਡੂੰਘੀ ਪੜ੍ਹਾਈ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਮਾਂ ਇਕੱਲਿਆਂ ਗੁਜ਼ਾਰਿਆ। ਉਹਦੇ ਬਹੁਤੇ ਦੋਸਤ ਪਛਾਂ ਖਿੱਚੂ ਵਿਚਾਰਾਂ ਨਾਲ ਓਤ-ਪੋਤ ਸਨ, ਪਰ ਡਾਰਬਨ ਨੇ ਆਜ਼ਾਦਾਨਾ ਸੋਚ ਨਾਲ ਨਵੇਂ ਸਿਧਾਂਤਾਂ ਨੂੰ ਜਨਮ ਦਿੱਤਾ ਜਿਹੜੇ ਕਿ ਉਸ ਵੇਲੇ ਕਿਆਸੇ ਵੀ ਨਹੀਂ ਜਾਂਦੇ ਸਨ। ਚਾਰਲਸ ਨੇ ਆਪਣੇ ਵਿਚਾਰਾਂ ਨੂੰ ਆਪਣੇ ਕੋਲ ਹੀ ਨਹੀਂ ਰੱਖਿਆ, ਸਗੋਂ ਆਪਣੇ ਜਾਣਦਿਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਸਾਂਝਾ ਕੀਤਾ। ਚਾਰਲਸ ਡਾਰਬਨ ਦਾ ਹੁਣ ਪੂਰੇ ਸਮੇਂ ਲਈ ਕਿੱਤਾ ਖੋਜ ਕਰਨਾ ਸੀ। ਉਹ ਹੁਣ ਆਪਣੀ ਖੋਜ ਵਿੱਚ ਮਸ਼ਹੂਰ ਹੋ ਚੁੱਕਾ ਸੀ। ਉਹਨੇ ਆਪਣੀ ਖੋਜ ਉੱਤੇ ਬਹੁਤ ਨੀਝ ਲਾ ਕੇ ਕੰਮ ਕੀਤਾ ਅਤੇ ਕਈ ਖੋਜੀ ਪਰਚੇ ਲਿਖੇ। ਅਖੀਰ ਵਿੱਚ ਡਾਰਬਨ ਦੀ ਕਿਤਾਬ ਔਨ ਦੀ ਓਰੀਜਨ ਆਫ ਸਪੀਸ਼ੀਜ਼ ਨੇ 1859 ਵਿੱਚ ਉਥਲ ਪੁਥਲ ਮਚਾ ਕੇ ਰੱਖ ਦਿੱਤੀ। ਭਾਵੇਂ ਡਾਰਬਨ 15-20 ਸਾਲ ਆਪਣੀਆਂ ਖੋਜਾਂ ਦੇ ਆਧਾਰ ਉੱਪਰ ਲਿਖੀਆਂ ਲਿਖਤਾਂ ਰਾਹੀਂ ਸਾਇੰਸਦਾਨਾਂ ਨੂੰ ਸਭ ਕੁਝ ਦੱਸਦਾ ਰਿਹਾ ਸੀ, ਪਰ ਅਜੇ ਵੀ ਕਈ ਸਾਇੰਸਦਾਨ ਇਹੋ ਜਿਹੇ ਸਨ ਜਿਨ੍ਹਾਂ ਉਹਦੇ ਸਿਧਾਂਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਚਾਰਲਸ ਤੋਂ ਪਹਿਲਾਂ ਵੀ ਕੁਝ ਕਿਤਾਬਾਂ ਹੋਰ ਲੋਕਾਂ ਦੀਆਂ ਛਪ ਚੁੱਕੀਆਂ ਸਨ, ਪਰ ਜਿਸ ਸਪਸ਼ਟਤਾ ਅਤੇ ਦਲੀਲ ਨਾਲ ਸਬੂਤ ਪੇਸ਼ ਕਰਕੇ ਚਾਰਲਸ ਨੇ ਗੱਲ ਨਿਤਾਰੀ ਸੀ, ਇਹਦੀ ਮਿਸਾਲ ਹੋਰ ਕੋਈ ਨਹੀਂ ਸੀ। ਡਾਰਬਨ ਦੀ ਖੋਜ 'ਤੇ T.H. ਹਕਸਲੇ, ਜੌਨ ਟਾਈਂਡਲ ਅਤੇ ਹੁਕਰ ਨੇ ਦੋਹਰ ਪਾ ਦਿੱਤੀ
ਅਤੇ ਡਾਰਵਿਨ ਦੀਆਂ ਖੋਜਾਂ ਨੂੰ ਲਗਭਗ ਸਭ ਸਾਇੰਸਦਾਨਾਂ ਨੇ 1879 ਤੱਕ ਮੰਨ ਲਿਆ ਸੀ। ਚਾਰਲਸ ਡਾਰਵਿਨ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਇਸ ਪਦਾਰਥਵਾਦੀ ਦੁਨੀਆ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਜਾਂ ਵਾਪਰਦੀਆਂ ਹਨ ਉਹ ਕਿਸੇ ਦੈਵੀ ਜਾਂ ਕਰਤਾਰੀ ਸ਼ਕਤੀ ਦੀ ਮਰਜ਼ੀ ਨਾਲ ਨਹੀਂ ਹੈ, ਸਗੋਂ ਕੁਦਰਤੀ ਕਾਨੂੰਨ ਅਨੁਸਾਰ ਹੈ। ਡਾਰਵਿਨ ਦੇ ਸਿਧਾਂਤ ਨੇ ਮਨੋਵਿਗਿਆਨ, ਪੌਦਿਆਂ ਅਤੇ ਜੀਵ ਜੰਤੂਆਂ ਦੀ ਸਾਇੰਸ, ਫਿਲਾਸਫੀ ਅਤੇ ਹੋਰ ਢੇਰ ਸਾਰੀਆਂ ਸਾਇੰਸਾਂ ਤੋਂ ਬਿਨਾਂ ਸਾਹਿਤ ਉੱਪਰ ਵੀ ਗਹਿਰਾ ਅਸਰ ਪਾਇਆ। ਲੋਕਾਂ ਦੀ ਸੋਚਣੀ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਵੇਖਣ ਦਾ ਰਾਹ ਡਾਰਵਿਨ ਨੇ ਹੀ ਖੋਲ੍ਹਿਆ। ਇਹ ਹੀ ਕਾਰਨ ਸੀ ਕਿ ਡਾਰਵਿਨ ਦੀਆਂ ਲਿਖਤਾਂ ਹਰ ਵਰਗ ਦੇ ਲੋਕਾਂ ਨੇ ਪੜ੍ਹੀਆਂ ਅਤੇ ਅੱਜ ਤੱਕ ਪੜ੍ਹੀਆਂ ਜਾ ਰਹੀਆਂ ਹਨ। ਕਈ ਲੋਕਾਂ ਨੇ ਡਾਰਵਿਨ ਦੇ ਸਿਧਾਂਤਾਂ ਨੂੰ ਨਫ਼ਰਤ ਕੀਤੀ ਕਿਉਂਕਿ ਉਹਨਾਂ ਦਾ ਤੋਰੀ ਫੁਲਕਾ ਇਸ ਨਵੇਂ ਗਿਆਨ ਦੇ ਨਾਲ ਬੰਦ ਹੋ ਗਿਆ ਸੀ, ਅਤੇ ਕਈ ਲੋਕ ਇਹਨਾਂ ਸਿਧਾਂਤਾਂ ਤੋਂ ਮੁਨਕਰ ਹੋ ਕੇ ਆਪਣੇ ਅਟਕਲ ਪੱਚੂ ਲਾ ਕੇ ਗੱਲ ਨਿਤਾਰਨ ਦੀ ਕੋਸ਼ਿਸ਼ ਕਰਨ ਲੱਗੇ, ਅਤੇ ਇਹ ਕੋਸ਼ਿਸ਼ ਅੱਜ ਤੱਕ ਜਾਰੀ ਹੈ। ਮਜ਼ੇਦਾਰ ਗੱਲ ਤਾਂ ਇਹ ਹੈ ਕਿ ਲੋਕ ਅੱਜ ਤੱਕ ਡਾਰਵਿਨ ਦੇ ਸਿਧਾਂਤਾਂ ਉੱਪਰ ਲੜਦੇ ਝਗੜਦੇ ਅਤੇ ਬਹਿਸਾਂ ਕਰਦੇ ਹਨ, ਅਤੇ ਇਸ ਗੱਲ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਦੀਆਂ ਲਿਖਤਾਂ ਦਾ ਕਿੰਨਾ ਜ਼ਿਆਦਾ ਪ੍ਰਭਾਵ ਹੈ। ਅਤੇ ਸ਼ਾਇਦ ਚਾਰਲਸ ਡਾਰਵਿਨ ਦੀਆਂ ਹੀ ਇਹੋ ਜਿਹੀਆਂ ਖੋਜਾਂ ਭਰਪੂਰ ਤਰਕਸ਼ੀਲ ਲਿਖਤਾਂ ਹਨ ਜਿਨ੍ਹਾਂ ਨੂੰ ਕੋਈ ਭੁੱਲ ਭੁਲਾ ਨਹੀਂ ਸਕਿਆ ਅਤੇ ਨਾ ਹੀ ਰਹਿੰਦੀ ਦੁਨੀਆ ਤੱਕ ਭੁੱਲੇਗਾ। ਚਾਰਲਸ ਡਾਰਵਿਨ ਨੇ ਦੋ ਗੱਲਾਂ ਨੂੰ ਆਪਣੀ ਮਸ਼ਹੂਰ ਕਿਤਾਬ ਵਿੱਚ ਉਭਾਰਨ ਦਾ ਉਪਰਾਲਾ ਕੀਤਾ। ਇੱਕ ਕਿ ਜਿੰਦਾ ਰਹਿਣਾ ਕਿੰਨਾ ਮੁਸ਼ਕਿਲ ਹੈ ਅਤੇ ਸਿਰਫ ਉਹ ਹੀ ਜ਼ਿੰਦਗੀ ਜੀ ਸਕਦੇ ਹਨ ਜੋ ਝੱਖੜ, ਝਾਂਜਿਆਂ ਅਤੇ ਮੁਸ਼ਕਿਲਾਂ ਦਾ ਮੁਕਾਬਲਾ ਕਰਕੇ ਬਚ ਨਿਕਲਦੇ ਹਨ। ਦੂਜਾ, ਇਹ ਬਚ ਨਿਕਲਣ ਵਾਲੇ ਕਈ ਵਾਰ ਤਾਂ ਬਹੁਤ ਸਮਝਦਾਰੀ ਨਾਲ ਅਤੇ ਕਈ ਵਾਰ ਮੌਕੇ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਬਚ ਜਾਂਦੇ ਹਨ। ਇਸ ਸਿਧਾਂਤ ਨੂੰ ਹੀ ਕੁਦਰਤੀ ਚੋਣ, ਨੈਚੁਰਲ ਸਿਲੈਕਸ਼ਨ ਜਾਂ ਸਰਵਾਈਵਲ ਆਫ ਦੀ ਫਿਟੈਸਟ ਕਿਹਾ ਜਾਂਦਾ ਹੈ। ਡਾਰਵਿਨ ਦੇ ਸਿਧਾਂਤ ਨੂੰ ਹਰਬਰਟ ਸਪੈਂਸਰ ਥੋੜ੍ਹੇ ਸ਼ਬਦਾਂ ਵਿੱਚ ਇਉਂ ਦੱਸਦਾ ਹੈ। ਨੰਬਰ 1, ਜੀਵਾਂ ਵਿੱਚ ਜ਼ਿੰਦਗੀ ਲਈ ਜਦੋਜਹਿਦ। ਨੰਬਰ 2, ਜੀਵਨ ਜਿੱਤ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਵਿੱਚ ਹਾਲਾਤ ਉੱਪਰ ਕਾਬੂ ਪਾਉਣ ਦੀ ਪੂਰੀ ਯੋਗਤਾ ਹੋਵੇ। ਸਟਰੈਂਥ ਫਾਰ ਦੀ ਐਗਜ਼ਿਸਟੈਂਸ ਐਂਡ ਸਰਵਾਈਵਲ ਆਫ ਦੀ ਫਿਟੈਸਟ। ਵਿਕਾਸ ਦੇ ਸਿਧਾਂਤ ਵਿੱਚ ਡਾਰਵਿਨ ਤੋਂ ਪਿੱਛੋਂ ਬਹੁਤ ਵਿਸਥਾਰ ਹੋਇਆ ਹੈ, ਪਰ ਇਸ ਦੇ ਮੂਲ ਮੰਤਰ ਦੇ ਕੱਢਣ ਦਾ ਸਿਹਰਾ ਤਾਂ ਉਸ ਦੇ ਸਿਰ 'ਤੇ ਹੀ ਹੈ। ਪਹਿਲਾ ਵਿਸਥਾਰ ਹਰਬਰਟ ਸਪੈਂਸਰ ਨੇ ਹੀ ਕੀਤਾ। ਉਸ ਨੇ ਇਹ ਕਿਹਾ ਕਿ ਸਵੈ ਰੱਖਿਆ, ਸੈਲਫ ਪ੍ਰੀਜ਼ਰਵੇਸ਼ਨ ਪਸ਼ੂ ਜਾਤੀ ਦਾ ਅਸੂਲ ਹੈ। ਇਨਸਾਨ ਉਹ ਪੌੜੀ ਟੱਪ ਆਇਆ ਹੈ, ਇਸ ਦਾ ਵਿਕਾਸ ਸੁਰਤ ਦਾ ਵਿਕਾਸ ਹੈ ਅਤੇ ਇਹ ਅਕਲ ਦੀ ਪੌੜੀ 'ਤੇ ਆ ਪਹੁੰਚਦੀ ਹੈ। ਤਰਕਸ਼ੀਲ ਅਤੇ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਇਨਸਾਨਾਂ ਨੂੰ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸੇ ਕਰਕੇ ਚਾਰਲਸ ਡਾਰਵਿਨ ਦੇ ਸਿਧਾਂਤਾਂ ਨੂੰ ਨਫ਼ਰਤ ਕਰਨ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਸੀ। ਪਾਦਰੀਆਂ ਨੇ ਡਾਰਵਿਨ ਨੂੰ ਪਾਗਲ ਤੱਕ ਕਿਹਾ ਅਤੇ ਉਹਨੂੰ ਕਰੜੀ ਤੋਂ ਕੱਢੀ ਸਜ਼ਾ ਦੇਣ ਦੀ ਵੀ ਮੰਗ ਉੱਠਣ ਲੱਗੀ। ਇੱਥੋਂ ਤੱਕ ਕਿ ਉਹਦੇ ਡਾਕਟਰ ਬਾਪ ਨੇ ਇੱਕ ਵਾਰ ਟਿੱਪਣੀ ਕੀਤੀ ਸੀ ਕਿ ਚਾਰਲਸ ਇੰਨਾ ਪੁੱਠਮੱਤਾ ਹੈ ਕਿ ਅਗਰ ਇਹਦੇ ਦਿਮਾਗ ਵਿੱਚ ਛੇਕ ਕਰਕੇ ਅਕਲ ਪਾਈ ਜਾਵੇ ਤਾਂ ਵੀ ਇਹਨੂੰ ਅਕਲ ਨਹੀਂ ਆ ਸਕਦੀ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਉਹਨੂੰ ਪਿਆਰ ਕਰਨ ਵਾਲਿਆਂ ਦੀ ਵੀ ਗਿਣਤੀ ਕੋਈ ਘੱਟ ਨਹੀਂ ਸੀ। ਉਹਨੂੰ ਮੈਡਲਾਂ, ਡਿਗਰੀਆਂ ਅਤੇ ਕਈ ਸੁਸਾਇਟੀਆਂ ਦੀਆਂ ਮੈਂਬਰਸ਼ਿਪਾਂ ਦਿੱਤੀਆਂ ਗਈਆਂ। ਸਾਇੰਸ ਦੇ ਆਲਮ ਵਿੱਚ ਕੋਈ ਐਸਾ ਮਾਣ ਨਹੀਂ ਹੋਵੇਗਾ ਜੋ ਚਾਰਲਸ ਡਾਰਵਿਨ ਨੂੰ ਨਾ ਦਿੱਤਾ ਗਿਆ ਹੋਵੇ। ਇਹ ਗੱਲ ਬੜੀ ਖੁਸ਼ੀ ਵਾਲੀ ਹੈ, ਨਹੀਂ ਤਾਂ ਮਹਾਨ ਇਨਸਾਨਾਂ ਨੂੰ ਉਹਨਾਂ ਦੇ ਜੀਂਦੇ ਜੀ ਸਮਝਿਆ ਹੀ ਨਹੀਂ ਜਾਂਦਾ ਅਤੇ ਤਸੀਹਾਂ ਅਤੇ ਨਫ਼ਰਤਾਂ ਨਾਲ ਦੁਰਕਾਰਿਆ ਜਾਂਦਾ ਰਿਹਾ ਹੈ, ਅਤੇ ਉਹਨਾਂ ਦੇ ਮਰਨ ਤੋਂ ਕਈ ਵਰ੍ਹਿਆਂ ਬਾਅਦ ਉਹਨਾਂ ਦੇ ਕੰਮਾਂ ਦਾ ਮੁੱਲ ਪਾਇਆ ਜਾਂਦਾ ਹੈ। ਚਾਰਲਸ ਡਾਰਵਿਨ ਦਾ ਵਿਆਹ ਐਮਾ ਵਿਜ਼ਵੁਡ ਨਾਲ 1839 ਵਿੱਚ ਹੋਇਆ। ਉਹਨਾਂ ਦੇ 10 ਬੱਚੇ ਸਨ ਅਤੇ ਡਾਰਵਿਨ ਦਾ ਘਰ ਕੁਦਰਤ ਵਿਚਕਾਰ ਸੰਘਣੇ ਜੰਗਲਾਂ ਵਿੱਚ ਸੀ। ਉਹ ਰੌਲੇ ਗੋਲੇ ਤੋਂ ਦੂਰ ਰਹਿਣਾ ਚਾਹੁੰਦਾ ਸੀ ਤਾਂ ਕਿ ਆਜ਼ਾਦੀ ਨਾਲ ਆਪਣੇ ਖਿਆਲਾਂ ਵਿੱਚ ਮਸਤ ਰਹਿ ਕੇ ਸੋਚ ਸਕੇ। ਮਿੱਠ ਬੋਲੜਾ, ਸ਼ਾਂਤ ਚਿੱਤ ਰਹਿਣ ਵਾਲਾ ਚਾਰਲਸ ਤਹੱਲਮ ਨਾਲ ਆਪਣਾ ਦੁੱਖ ਤਾਂ ਜਰ ਸਕਦਾ ਸੀ, ਪਰ ਜਾਨਵਰਾਂ ਅਤੇ ਬੱਚਿਆਂ ਉੱਪਰ ਹੋ ਰਿਹਾ ਤਸ਼ੱਦਦ ਦੇਖ ਕੇ ਉਹ ਆਪੇ ਤੋਂ ਬਾਹਰ ਹੋ ਜਾਂਦਾ ਸੀ। ਚਾਰਲਸ ਆਪਣੀ ਪਤਨੀ ਅਤੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਉਹਦੇ ਬੱਚੇ ਅਕਸਰ ਉਹਦੀ ਪੜ੍ਹਾਈ ਵਾਲੇ ਕਮਰੇ ਵਿੱਚ ਚੁੱਪਚਾਪ ਚਲੇ ਜਾਂਦੇ, ਪਰ ਕਦੇ ਵੀ ਉਹਦੀ ਕਿਸੇ ਚੀਜ਼ ਨੂੰ ਅਗਾਂਹ ਪਿਛਾਂਹ ਨਾ ਕਰਦੇ ਅਤੇ ਨਾ ਹੀ ਉਹਨੂੰ ਉਸ ਵੇਲੇ ਬੁਲਾਉਂਦੇ ਜਦ ਉਹ ਡੂੰਘੀਆਂ ਸੋਚਾਂ ਵਿੱਚ ਲੀਨ ਬੈਠਾ ਹੁੰਦਾ। ਚਾਰਲਸ ਦੀ ਪਤਨੀ ਐਮਾ ਬਹੁਤ ਹੀ ਜ਼ਿਆਦਾ ਧਾਰਮਿਕ ਸੀ, ਜਦੋਂ ਕਿ ਉਹ ਆਪ ਨਾਸਤਿਕ ਸੀ। ਐਮਾ ਨੂੰ ਇਸ ਗੱਲ ਦਾ ਬੜਾ ਫਿਕਰ ਸੀ ਕਿ ਉਹਦਾ ਪਤੀ ਵਿਗਿਆਨਕ ਸੋਚ ਵਾਲਾ ਹੈ ਅਤੇ ਉਹਦਾ ਰੱਬ ਦੀ ਹੋਂਦ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਮਰਨ ਤੋਂ ਬਾਅਦ ਨਰਕਾਂ ਵਿੱਚ ਨਾ ਸੜਨਾ ਪਵੇ। ਐਮਾ ਇਹਨਾਂ ਚਿੰਤਾਵਾਂ ਤੋਂ ਮੁਕਤ ਨਹੀਂ ਸੀ ਹੋ ਸਕਦੀ, ਜਦੋਂ ਕਿ ਡਾਰਵਿਨ ਦਾ ਇਹਨਾਂ ਗੱਲਾਂ 'ਤੇ ਬਿਲਕੁਲ ਕੋਈ ਯਕੀਨ ਨਹੀਂ ਸੀ। ਇਹ ਘਰ ਵਿਚਲਾ ਵਿਰੋਧ ਉਹਨਾਂ ਸਾਰੀ ਉਮਰ ਭੋਗਿਆ। ਇਤਿਹਾਸ ਵਿੱਚ ਅਨੇਕਾਂ ਮਹਾਨ ਇਨਸਾਨਾਂ ਨਾਲ ਅਜਿਹਾ ਕੁਝ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਮਹਾਨ ਫਿਲਾਸਫਰ ਸਕਰਾਤ ਦੀ ਪਤਨੀ ਵੀ ਸਕਰਾਤ ਦੇ ਵਿਚਾਰ ਵਟਾਂਦਰੇ ਅਤੇ ਲੋਕਾਂ ਨਾਲ ਬਹਿਸਾਂ ਤੋਂ ਬਹੁਤ ਦੁਖੀ ਸੀ। ਇਸੇ ਤਰ੍ਹਾਂ ਇਬਰਾਹਿਮ ਲਿੰਕਨ ਦੀ ਪਤਨੀ ਟੌਡ ਵੀ ਉਹਨੂੰ ਹਰ ਵੇਲੇ ਟੋਕਾ ਟਾਕੀ ਕਰਦੀ ਰਹਿੰਦੀ ਸੀ, ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਮਜ਼ਾਕ ਵਿੱਚ ਲਿੰਕਨ ਉਹਨੂੰ ਕਿਹਾ ਕਰਦਾ ਸੀ ਕਿ ਗੌਡ ਲਿਖਣ ਲਈ ਤਾਂ ਇੱਕ ਡੀ ਦੀ ਲੋੜ ਪੈਂਦੀ ਹੈ, ਪਰ ਤੇਰਾ ਨਾਮ ਲਿਖਣ ਲਈ 2 ਡੀ ਦੀ ਜ਼ਰੂਰਤ ਪੈਂਦੀ ਹੈ। ਅਬਰਾਹਮ ਲਿੰਕਨ ਨੂੰ ਜਦ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਤਾਂ ਕਿਹਾ ਜਾਂਦਾ ਹੈ
कि लिंकन गोली नाल नहीं सी मरिया, सगों उहदी पत्नी की चत्तो पैर की टोका टाकी नाल मरिया सी। डार्बन ने अपने आखिरी दिनों में स्वै जीवनी लिखण बारे सोचिया सी, जिस विच उन्होंने अपने विश्वास मत बारे स्पष्ट लिख दिता सी अते ये किताब उन्हां दी मौत तो बाद उन्हां दी पत्नी एमा ने छपवाई सी। एमा ने छपवाउण तो पहलां किताब नूं संपादित किया अते कुछ थावां ते बदलाव भी कर दिता। वो धार्मिक रंगण विच रंगी होण करके नहीं सी चाहुंदी कि चार्ल्स डार्बन की नास्तिकता जग जार होवे अते उहदे बच्चों नूं इस करके लोकां तो बुरा भला सुनना पवे। दस्सिया जांदा है कि इकबाल चार्ल्स के एक मित्र ने उहदे ते जोर पाया कि वो स्पष्टता नाल दसे कि उहदा रब दी होंद विच कोई यकीन भी है या नहीं। तो उन्हें अपने लैटर पैड ते एक सफ़े ते एक लाइन का उत्तर लिख दिता। उसका धार्मिक किताबां विच लिखे ईसाईयत उत्पत्ति सिद्धांत विच कोई विश्वास नहीं रहा। उन्हां दा ये पत्र उन्हां दी मौत तो कई वरियां बाद सामने आया अते नीलामी विच एक लिखी लाइन ਲੱਖਾਂ रुपये विच विकी। इत्थे ये भी जिक्रयोग है कि जीवां की उत्पत्ति किताब छपण तो 100 साल बाद 1959 विच चार्ल्स की पोती नोरा वारले ने अपने बाबे दीयां सारियां सच्चाइयां जग जार कर दित्तियां सन। उसने साफ साफ लिखिया कि उहदे बाबे दे चर्च नाल की मतभेद सन अते उहदी दादी ने स्वै जीवनी विच किवें छेड़छाड़ कीती सी। उन्हें मुड़ चार्ल्स डार्बन की स्वै जीवनी प्रकाशित की अते इस विच बहुत ही ज़्यादा खोल के लिखिया कि चार्ल्स डार्बन बहुत ही ईमानदारी अते निमरता नाल मनदे हन कि मेरा विश्वास एवें किवें मौका मिल नहीं, सगों ये मेरियां खोजां ही सन जिन्हां ने मेरे बहुत भरम भुलेखे दूर किए सन। जिमें जिमें मैं तर्कशीलता का पल्ला फड़ के खोजां कीतियां, मेरा ईसाईयत तो विश्वास दूर हुंदा गया। उन्हां लिखिया कि मेरा विश्वास बहुत हौली हौली चाल नाल अगे वधदा गया अते हुण मैनूं अपने विचारां पर पूर्ण विश्वास है। इस सारे वरतारे विच मैनूं कोई तकलीफ नहीं हुई, सगों हुण तां मेरे लिए ये मनना भी औखा हुंदा जा रहा है कि क्यों पढ़े लिखे लोग भी ईसाईयत नूं पढ़ के सच मन लैंदे हन। इस विच मेरे भरा, रिश्तेदार अते होर संबंधी भी शामिल हन। नोरा बारे लिखदी है कि यही वो पैरा है जिथे मेरी दादी ने कैंची चलाई सी। उसकी दादी ने खुद अपने हत्थां नाल नोट लिखिया कि वो इस गल नूं पसंद नहीं करती, वो इस गल नूं बिल्कुल हजम नहीं सी कर सकी। डार्बन ये समझदा सी कि बीते समय में हज़ारां वरियां तो धार्मिक ग्रंथां, धार्मिक किताबां अते उन्हां दे ठेकेदारां दा ही बोलबाला रहा है, पर इंसान दा आउण वाला समा विज्ञान ते फिलोसफी के हत्थां विच होवेगा। उन्हां लिखिया कि मैं विज्ञान का राह फड़िया है अते सच नूं नितार के लोकां नाल साझा कीता है। उन्हां अपनी स्वै जीवनी विच विज्ञान नाल अपने प्यार नूं दर्शाया है। उन्हां विज्ञान प्रति अपनी दृढ़ता अते निश्चा नूं भी ਜ਼ਾਹਰ कीता है। शांत रह के, घट बोल के, घर ते बाहर मुखालफत सहार के उन्हां धर्मां दा पल्ला वगा मारिया अते विज्ञान की लीह उपर पहरा दिता। ये किन्नी दुख वाली गल है कि वो सारी उम्र अपनी पत्नी एमा नाल विचारधारक संघर्ष नूं पार ना कर सके। वो अपनी पत्नी नूं बहुत प्यार करते सन। वो अपनी धार्मिक रंगण में रंगी एमा नाल रब दे यकीन ना यकीन बारे घट ही तकरार करते सन अते एमा नूं ये सब कुछ पता सी कि उहदा पति किसी अगमी शक्ति में यकीन नहीं करता। एमा उन्हां दे इन्हां विचारां तो बहुत दुखी सी। एक बार तो उन्हें दुखी होकर कह ही दिता कि तुहाडी विज्ञानक दृष्टि, तर्कशीलता ते ज्ञान तो वध के भी कोई शक्ति विद्वान हो सकती है। इस करके वो सर्वशक्तिमान ते इस कायनात के मालक दे संकल्प की संभावना नूं बिल्कुल ही मुढ़ो सुढ़ो रद्द ना करन। तुसीं तां यही रट लाई रखदे हो कि सबूत बहुत जरूरी हैं अते ये हुण तुहाडी पक्की आदत बन गई है। तुहाडे दिमाग से तां सबूतां दा ही भूत सवार होया रहिंदा है। तुहानूं ये समझना चाहिए है कि कुछ गल्लां इहो जिहियां भी हो सकदियां हन जिन्हां नूं भावें सबूतां की लोड़ ना होवे पर वो बिल्कुल सच होण। इहो जिहियां सच्चाइयां साडी समझ तो बाहर भी तो हो सकदियां हन। चार्ल्स डार्बन मन दे बहुत साफ सन। उन्हां बहुत कोशिश की कि एमा उन्हां दीयां भावनावां, तर्क ते विज्ञानक सोच नूं समझ सके, पर वो एमा दीयां भावनावां ते सोच नूं बदल ना सके। एमा वालों पूछे गए सवालों के जवाब में वो लिखते हैं कि जब मैं मर गया तो तू उस वेले समझेंगी कि मैं तेनों किन्ना ज़्यादा प्यार करता सी अते तेरियां इन्हां गल्लां करके किन्ना दुखी होया अते रोया हाँ। ये डार्बन की ही दुविधा नहीं सी, सगों उन्हां सारियां जोड़ियां दा दिखांत है जिथे एक जने के धार्मिक विचार इन्ने ज़्यादा कट्टर होण कि वो विज्ञान ते तर्क की गल बर्दाश्त ही ना कर सके। कट्टरता ते सबूतां नाल लैस विचारां दा टकराव बड़ा दुखी करता है अते कट्टरता चाहे धार्मिक, सियासी विचारधारा जां समाजिक वरतारिਆਂ की होवे, रिश्तियां विच खटास अते कड़तन पैदा करती है। कट्टर लोग दूसरे के ਵੱਖਰੇ विचारां नूं मन के राजी नहीं हुंदे कि ये उहदे अपने ਵੱਖਰੇ विचार हैं अते उहदा जीवन ढंग है अते इस वखरेवें नूं स्वीकार कर लिया जाए। जिवें अंग्रेजी में कहावत है वी एग्री टू डिसएग्री, यानी इस गल नाल
ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਇੱਕ ਦੂਜੇ ਨਾਲ ਸਹਿਮਤ ਨਹੀਂ ਹਾਂ। ਇਹ ਸੋਚ ਖੁੱਲ੍ਹੇ ਅਤੇ ਮੋਕਲੇ ਮਨ ਦੀ ਹੀ ਹੈ ਅਤੇ ਬਹੁਤੇ ਕਟੜਵਾਦੀ ਇਸ ਨੂੰ ਸਵੀਕਾਰਦੇ ਨਹੀਂ ਹਨ। ਮਨ ਅਤੇ ਦਿਮਾਗ ਦੀ ਇਸ ਕਸ਼ਮਕਸ਼ ਵਿੱਚ ਇਹ ਪਿਆਰ ਅਤੇ ਅਥਰੂਆਂ ਦਾ ਇੱਕ ਤੋਹਫਾ ਹੀ ਹੁੰਦਾ ਹੈ ਜੋ ਇੱਕ ਨਾਸਤਿਕ ਨੂੰ ਮਿਲਦਾ ਹੈ ਜਦੋਂ ਇੱਕ ਧਾਰਮਿਕ ਰੰਗਾਂ ਵਿੱਚ ਰੰਗੀ ਔਰਤ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਂਦਾ ਹੈ। ਚਾਰਲਸ ਡਾਰਵਿਨ ਬਾਰੇ ਅੱਜ ਤੱਕ ਕਈ ਗਲਤ ਕਹਾਣੀਆਂ ਵੀ ਪ੍ਰਚਾਰ ਕੀਤੀਆਂ ਜਾਂਦੀਆਂ ਹਨ ਕਿ ਜਦੋਂ ਮੰਜੇ ਉੱਤੇ ਮਰਨ ਕਿਨਾਰੇ ਪਿਆ ਸੀ ਤਾਂ ਉਹਨੇ ਆਪਣੀਆਂ ਖੋਜਾਂ ਉੱਪਰ ਪਛਤਾਵਾ ਕੀਤਾ ਸੀ ਅਤੇ ਈਸਾਈ ਧਰਮ ਨੂੰ ਗਲੇ ਲਾ ਲਿਆ ਸੀ। ਇਹੋ ਜਿਹੀਆਂ ਗੱਲਾਂ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਵੀ ਕੀਤੀਆਂ ਜਾਂਦੀਆਂ ਹਨ ਕਿ ਆਖਰੀ ਵੇਲੇ ਉਹਨਾਂ ਸਿੱਖ ਧਰਮ ਨੂੰ ਅਪਣਾ ਲਿਆ ਸੀ ਅਤੇ ਰੱਬ ਵਿੱਚ ਯਕੀਨ ਕਰਨ ਲੱਗ ਪਏ ਸਨ। ਇਹ ਝੂਠ ਤੂਫਾਨ ਭਰੀਆਂ ਬਾਤਾਂ ਉਹ ਹੀ ਪਾਉਂਦੇ ਹਨ ਜੋ ਚਾਰਲਸ ਡਾਰਵਿਨ ਜਾਂ ਭਗਤ ਸਿੰਘ ਦੇ ਸਿਧਾਂਤਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਇਸ ਨਾਲ ਉਹਨਾਂ ਦਾ ਧਰਮ ਦੇ ਨਾਂ ਉੱਪਰ ਚੱਲ ਰਿਹਾ ਵਪਾਰ ਚੌਪਟ ਹੋ ਜਾਂਦਾ ਹੈ। ਡਾਰਵਿਨ ਦੀ ਮੌਤ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਮੌਤ ਬਾਰੇ ਵੀ ਕੋਈ ਓਹਲਾ ਨਹੀਂ ਹੈ। ਚਾਰਲਸ ਡਾਰਵਿਨ ਦੀ ਮੌਤ ਵੇਲੇ ਉਹਦੇ ਆਲੇ ਦੁਆਲੇ ਬੈਠੇ ਰਿਸ਼ਤੇਦਾਰਾਂ ਨੇ ਚਾਰਲਸ ਦੇ ਆਖਰੀ ਵੇਲੇ ਬਾਰੇ ਢੇਰ ਲਿਖਤਾਂ ਲਿਖੀਆਂ ਹਨ ਅਤੇ ਗੱਲ ਨੂੰ ਨਿਤਾਰਿਆ ਹੈ ਕਿ ਚਾਰਲਸ ਡਾਰਵਿਨ ਆਖਰੀ ਸਾਹ ਤੱਕ ਆਪਣੇ ਸਿਧਾਂਤਾਂ ਅਤੇ ਵਿਸ਼ਵਾਸਾਂ ਉੱਪਰ ਪਹਿਰਾ ਦਿੰਦਾ ਰਿਹਾ ਅਤੇ ਇਹ ਗੱਲ ਸ਼ਹੀਦ ਆਜ਼ਮ ਭਗਤ ਸਿੰਘ 'ਤੇ ਵੀ ਬਿਲਕੁਲ ਢੁਕਦੀ ਹੈ। ਕੱਟੜ ਲੋਕਾਂ ਲਈ ਤਰਕ ਅਤੇ ਵਿਗਿਆਨ ਦੀ ਸਬੂਤਾਂ ਵਾਲੀ ਪਹੁੰਚ ਹਜ਼ਮ ਨਹੀਂ ਹੁੰਦੀ ਜਦੋਂ ਕਿ ਉਹ ਹਰ ਪਲ ਵਿਗਿਆਨ ਅਤੇ ਤਰਕ ਕਰਕੇ ਹੀ ਜ਼ਿੰਦਗੀ ਦੀਆਂ ਸਹੂਲਤਾਂ ਅਤੇ ਸੁੱਖ ਆਰਾਮ ਲੈ ਰਹੇ ਹੁੰਦੇ ਹਨ। ਜਿਸ ਚਰਚ ਈਸਾਈਅਤ ਨੇ ਡਾਰਵਿਨ ਦਾ ਡਟ ਕੇ ਵਿਰੋਧ ਕੀਤਾ ਸੀ ਉਹਨੇ ਹੀ ਸਾਲ 2008 ਸਤੰਬਰ ਦੇ ਮਹੀਨੇ ਯਾਨੀ ਚਰਚ ਆਫ ਇੰਗਲੈਂਡ ਨੇ ਸ਼ਰੇਆਮ ਮਾਫੀ ਮੰਗੀ ਸੀ ਕਿ ਉਹਨਾਂ ਚਾਰਲਸ ਡਾਰਵਿਨ ਦੇ ਸਿਧਾਂਤਾਂ ਨੂੰ ਸਮਝਿਆ ਹੀ ਨਹੀਂ ਸੀ। ਚਰਚ ਦੇ ਕਰਿੰਦਿਆਂ ਇਸ ਮਾਫੀਨਾਮੇ ਨੂੰ ਵਿਛੜ ਚੁੱਕੇ ਪੋਪ ਜੌਨ ਪਾਲ 11 ਦੇ ਮਾਫੀਨਾਮੇ ਦਾ ਮੁਕਾਬਲਾ ਕਰਦਿਆਂ ਟਿੱਪਣੀ ਕੀਤੀ ਸੀ ਕਿ ਗਲੈਲੀਓ ਉੱਪਰ 1663 ਵਿੱਚ ਚਲਾਇਆ ਮੁਕੱਦਮਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਗਲਤ ਸੀ। ਗਲੈਲੀਓ ਨੂੰ ਇਸ ਸੱਚ ਬੋਲਣ 'ਤੇ ਕਈ ਵਰ੍ਹੇ ਅਖੀਰਲੀ ਉਮਰੇ ਕਾਲ ਕੋਠੀ ਵਿੱਚ ਬਿਤਾਉਣੇ ਪਏ ਸਨ। ਹੁਣ ਬਰਤਾਨੀਆ ਦੇ ਮੋਹਰੀ ਚਰਚ ਨੇ ਵੈਬਸਾਈਟ ਉੱਪਰ ਲਿਖਿਆ ਹੈ, ਚਾਰਲਸ ਡਾਰਵਿਨ ਤੇਰੇ 200 ਸਾਲਾ ਜਨਮ 1809 'ਤੇ ਚਰਚ ਆਫ ਇੰਗਲੈਂਡ ਮਾਫੀਨਾਮਾ ਮੰਗਦਾ ਹੈ ਕਿ ਅਸੀਂ ਤੈਨੂੰ ਗਲਤ ਸਮਝਿਆ ਸੀ ਅਤੇ ਹੋਰਾਂ ਨੂੰ ਗਲਤ ਸਮਝਣ ਲਈ ਉਕਸਾਇਆ ਸੀ ਅਤੇ ਅੱਜ ਤੱਕ ਇਹ ਕੰਮ ਜਾਰੀ ਰੱਖਿਆ ਸੀ, ਪਰ ਤੇਰੇ ਮਾਣ ਸਨਮਾਨ ਦੀ ਜਦੋਜਹਿਦ ਅਜੇ ਖਤਮ ਨਹੀਂ ਹੋਈ। ਸਮੱਸਿਆ ਤੇਰੇ ਧਰਮ ਬਾਰੇ ਖੁੱਲ੍ਹੇ ਵਿਚਾਰਾਂ ਦੀ ਨਹੀਂ ਹੈ ਪਰ ਉਹਨਾਂ ਲੋਕਾਂ ਦੀ ਹੈ ਜੋ ਤੈਨੂੰ ਆਪਣੇ ਹਿੱਤਾਂ ਲਈ ਵਰਤਣਾ ਚਾਹੁੰਦੇ ਹਨ। ਹਿੱਤਾਂ ਦੀ ਗੱਲ ਲਈ ਜਾਵੇ ਤਾਂ ਇਹਦੇ ਵਿੱਚ ਨਾਸਤਕਾਂ ਦੇ ਕੀ ਹਿੱਤ ਹੋ ਸਕਦੇ ਹਨ? ਰੱਬ ਨੂੰ ਜਾਂ ਚਰਚ ਨੂੰ ਨਾ ਮੰਨਣ ਨਾਲ ਨਾਸਤਕਾਂ ਦੇ ਕਿਹੜੇ ਵਪਾਰ ਜਾਂ ਕਿਸੇ ਹੋਰ ਮੁਨਾਫੇ ਦਾ ਵਾਧਾ ਹੁੰਦਾ ਹੈ? ਜਦੋਂ ਕਿ ਇਸ ਤਰ੍ਹਾਂ ਹੋਣ ਨਾਲ ਚਰਚਾਂ ਦੇ ਧਰਮ ਵਾਲਿਆਂ ਨੂੰ ਜ਼ਰੂਰ ਘਾਟਾ ਪੈਂਦਾ ਹੈ। ਉਹਨਾਂ ਦਾ ਰੋਟੀ ਪਾਣੀ ਅਤੇ ਠੱਗਣ ਠਗਾਉਣ ਦਾ ਕੰਮ ਬੰਦ ਹੋ ਜਾਂਦਾ ਹੈ ਅਤੇ ਚਰਚਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਜਿੰਦਰੇ ਲੱਗ ਜਾਂਦੇ ਹਨ। ਚਾਰਲਸ ਡਾਰਵਿਨ ਦੇ ਨਕੜ ਪੋਤੇ ਐਂਡਰੂ ਡਾਰਵਿਨ ਨੇ ਮਾਫੀਨਾਮੇ ਬਾਰੇ ਆਪਣੇ ਢਿੱਡ ਵਿੱਚ ਹੱਸਦੇ ਹੋਏ ਕਿਹਾ, ਹੁਣ ਮਾਫੀ ਮੰਗਣ ਦੀ ਭਲਾ ਕੀ ਤੁੱਕ ਹੋਈ? 200 ਸਾਲਾਂ ਬਾਅਦ ਮਾਫੀ ਮੰਗਣ ਨਾਲ ਇਹਨਾਂ ਨੂੰ ਸਕੂਨ ਜ਼ਰੂਰ ਮਿਲਿਆ ਹੋਵੇਗਾ, ਹੋਰ ਤਾਂ ਕੁਝ ਨਹੀਂ। ਨੈਸ਼ਨਲ ਸੈਕੂਲਰ ਐਸੋਸੀਏਸ਼ਨ ਦੇ ਪ੍ਰਧਾਨ ਟੈਰੀ ਸੈਂਡਰਸਨ ਦਾ ਕਹਿਣਾ ਹੈ, ਮਾਫੀਨਾਮਾ ਇੱਕ ਆਦਮੀ ਤੋਂ ਉਹਦੀ ਮੌਤ ਤੋਂ ਇੰਨੀ ਦੇਰ ਬਾਅਦ ਮੰਗਣਾ ਇੱਕ ਮੂਰਖਾਨਾ ਗੱਲ ਹੈ। ਇਸ ਸੰਦੇਸ਼ ਵਿੱਚ ਕੋਈ ਵੀ ਇਮਾਨਦਾਰੀ ਨਹੀਂ ਹੈ। ਅਗਰ ਇਸ ਸੰਦੇਸ਼ ਵਿੱਚ ਇਹ ਗੱਲ ਹੈ ਕਿ ਹੁਣ ਤੋਂ ਉਹ ਚਾਰਲਸ ਡਾਰਵਿਨ ਦੇ ਸਿਧਾਂਤ ਦੀ ਹੀ ਵਕਾਲਤ ਕਰਨਗੇ ਤਾਂ ਅਸੀਂ ਡਾਰਵਿਨ ਵੱਲੋਂ ਉਹਨਾਂ ਦਾ ਮਾਫੀਨਾਮਾ ਮੰਨਣ ਲਈ ਤਿਆਰ ਹਾਂ। ਚਾਰਲਸ ਡਾਰਵਿਨ ਇੱਕ ਬਹੁਤ ਹੀ ਪਿਆਰਾ ਇਨਸਾਨ ਸੀ ਅਤੇ ਸ਼ਾਂਤੀ ਦਾ ਪੁੰਜ ਸੀ। ਉਹ ਬਹੁਤ ਦਿਆਲੂ, ਨਰਮ ਦਿਲ, ਹਾਸੇ ਮਖੌਲ ਵਾਲਾ ਅਤੇ ਹੰਕਾਰਾਂ ਤੋਂ ਕੋਹਾਂ ਦੂਰ ਰਹਿਣ ਵਾਲਾ ਇਨਸਾਨ ਸੀ। ਜਦੋਂ ਕਿ ਦੁਨੀਆ ਭਰ ਦੇ ਚੋਟੀ ਦੇ ਸਾਇੰਸਦਾਨਾਂ ਵਿੱਚ ਉਹਦਾ ਸ਼ੁਮਾਰ ਸੀ ਅਤੇ ਉਹਨਾਂ ਨਾਲ ਬਹਿਣੀ ਉੱਠਣੀ ਸੀ। ਉਹ ਆਪਣੇ ਕੰਮਾਂ ਵਿੱਚ ਸਦਾ ਮਸਤ ਰਹਿੰਦਾ ਅਤੇ ਇਸੇ ਕਰਕੇ ਕੁਝ ਵਰ੍ਹੇ ਲੰਦਰ ਰਹਿਣ ਤੋਂ ਬਾਅਦ ਉਹ ਇਸ ਤੋਂ ਪਰੇ ਚੁੱਪਚਾਪ ਥਾਂ ਡਾਊਨ ਵਿਖੇ ਸਮੁੰਦਰ ਕਿਨਾਰੇ ਰਹਿਣ ਚਲਾ ਗਿਆ ਸੀ। ਉਹ ਖਪਖਾਨੇ ਤੋਂ ਦੂਰ ਇਸ ਕਰਕੇ ਵੀ ਰਹਿਣਾ ਚਾਹੁੰਦਾ ਸੀ ਕਿ ਸ਼ਾਂਤੀ ਨਾਲ ਆਪਣੇ ਖਿਆਲਾਂ ਵਿੱਚ ਗੜੂੰਦ ਰਹਿ ਕੇ ਸੋਚ ਸਕੇ ਅਤੇ ਦੂਸਰੀ ਗੱਲ ਇਹ ਵੀ ਸੀ ਕਿ ਉਹਦੀ ਸਿਹਤ ਨੇ ਉਹਦਾ ਕਦੇ ਵੀ ਸਾਥ ਨਾ ਦਿੱਤਾ। ਉਹ ਤਕਰੀਬਨ 33 ਕੁ ਵਰ੍ਹਿਆਂ ਸੀ ਜਦ ਉਹਦੀ ਸਿਹਤ ਖਰਾਬ ਰਹਿਣ ਲੱਗ ਪਈ, ਜੋ ਸਾਰੀ ਉਮਰ ਇਸ ਜ਼ਹੀਨ ਇਨਸਾਨ ਨੂੰ ਦੁੱਖ ਦਿੰਦੀ ਰਹੀ। ਸ਼ਾਇਦ ਹੀ ਉਹਦੀ ਜ਼ਿੰਦਗੀ ਦਾ ਕੋਈ ਐਸਾ ਦਿਨ ਹੋਵੇਗਾ ਜਿਸ ਦਿਨ ਉਹਨੇ ਆਪਣੇ ਆਪ ਨੂੰ ਨੰਬਰ 9 ਸਮਝਿਆ ਹੋਵੇ, ਪਰ ਉਹ ਆਪਣੀ ਮਾੜੀ ਸਿਹਤ ਬਾਰੇ ਸਦਾ ਸਬਰ ਕਰੀ ਰੱਖਦਾ ਸੀ। ਚਾਰਲਸ ਨੇ ਤਾਂ ਉਸ ਵੇਲੇ ਵੀ ਸਿਹਤ ਵੱਲੋਂ ਜੇਰਾ ਕਰੀ ਰੱਖਿਆ ਸੀ ਜਦੋਂ ਆਪਣੇ ਖੋਜਾਂ ਦੌਰਾਨ 5 ਵਰ੍ਹਿਆਂ ਲਈ ਸਖਤ ਸਮੁੰਦਰੀ ਯਾਤਰਾ 'ਤੇ ਨਿਕਲ ਤੁਰਿਆ ਸੀ। ਉਹਦੇ ਪੇਟ ਵਿੱਚ ਸੀ ਸਿਕਨੈਸ ਨਾਲ ਗੇੜਾ ਵੱਜਾ ਰਹਿੰਦਾ ਸੀ ਅਤੇ ਬਿਮਾਰ ਹੀ ਰਹਿੰਦਾ ਸੀ, ਪਰ ਉਹਦੀ ਸੋਚ ਸਦਾ ਟਿਪ ਟੋਪ ਅਤੇ ਨਰੋਈ ਰਹੀ। ਚਾਰਲਸ ਛੋਟੇ ਹੁੰਦਿਆਂ ਬਾਹਰੋਂ ਵੱਖਰੀ ਤਰ੍ਹਾਂ ਦੇ ਪੌਦੇ, ਫਲ ਅਤੇ ਜੀਵ ਜੰਤੂ ਲਿਆ ਕੇ ਇਕੱਠੇ ਕਰਦਾ ਰਹਿੰਦਾ ਅਤੇ ਉਹਨਾਂ ਦੇ ਵੇਰਵੇ ਲਿਖਦਾ ਰਹਿੰਦਾ ਸੀ। ਬਾਅਦ ਵਿੱਚ ਇੱਕ ਵਾਰ ਚਾਰਲਸ ਡਾਰਵਿਨ ਨੇ ਕਿਹਾ ਸੀ, ਜੋ ਬੱਚਾ ਚੀਜ਼ਾਂ ਇਕੱਠੀਆਂ ਕਰਨਾ ਪਸੰਦ ਕਰਦਾ ਹੈ ਜਾਂ ਤਾਂ ਉਹ ਇੱਕ ਕੰਜੂਸ ਹੈ ਅਤੇ ਜਾਂ ਆਰਟ ਕਲੈਕਟਰ ਜਾਂ ਕੁਦਰਤ ਬਾਰੇ ਜਨੂੰਨੀ ਹੈ। ਚਾਰਲਸ ਡਾਰਵਿਨ ਨੇ ਆਪਣੀ ਮਸ਼ਹੂਰ ਕਿਤਾਬ ਲਿਖਣ ਵੇਲੇ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕੀਤੀ ਸੀ, ਇੱਥੋਂ ਤੱਕ ਕਿ ਇੱਕ ਕਾਂਡ ਲਿਖਣ 'ਤੇ ਉਹਨੇ 3 ਮਹੀਨੇ ਬਤੀਤ ਕੀਤੇ ਸਨ। ਸਾਡਾ ਇਹ ਮਹਾਨ ਵਿਗਿਆਨੀ ਸਾਨੂੰ ਸਦਾ ਲਈ 19 ਅਪ੍ਰੈਲ 1800
82 ਨੂੰ ਛੱਡ ਕੇ ਚਲਾ ਗਿਆ। ਉਹਦੀ ਮ੍ਰਿਤਕ ਦੇਹ ਨੂੰ ਵੈਸਟਮਿੰਸਟਰ ਐਬੀ ਵਿਖੇ ਦਫਨਾਇਆ ਗਿਆ। ਉਹਦੀ ਮੌਤ ਤੋਂ ਬਾਅਦ ਉਹਦੇ ਸਾਰੇ ਪੇਪਰ ਸਾਂਭ ਕੇ ਕੈਂਬਰਿਜ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਰੱਖ ਲਏ ਗਏ। ਬਰਤਾਨੀਆ ਦੇ 10 ਪਾਉਂਡ ਦੇ ਨੋਟ ਉੱਪਰ ਉਹਦੀ ਤਸਵੀਰ ਛਾਪ ਕੇ ਉਸ ਮਹਾਨ ਇਨਸਾਨ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਰਹੀ ਹੈ। ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਕੁਝ ਅਜਿਹੇ ਦਸਤਾਵੇਜ਼ ਵੀ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਚਾਰਲਸ ਡਾਰਵਨ ਨੇ ਸਿਰਫ ਜਾਨਵਰਾਂ ਨੂੰ ਵੇਖ ਕੇ ਹੀ ਨਹੀਂ, ਵਿਗਿਆਨ ਦੀਆਂ ਆਪਣੀਆਂ ਕਈ ਥਿਊਰੀਆਂ ਸਿਧਾਂਤਾਂ ਲਈ ਆਪਣੇ ਬੱਚਿਆਂ ਦੀ ਵੀ ਵਰਤੋਂ ਕੀਤੀ ਸੀ। ਡਾਰਵਨ ਅਤੇ ਉਹਨਾਂ ਦੇ ਬੱਚਿਆਂ ਦੀਆਂ ਕਈ ਚਿੱਠੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਹੈ। ਨਾਲ ਹੀ ਡਾਰਵਨ ਦੀ ਨੋਟਬੁੱਕ ਤੋਂ ਵੀ ਇਹ ਰਾਜ ਖੁੱਲ੍ਹਿਆ ਹੈ। ਜਦੋਂ ਡਾਰਵਨ ਦਾ ਬੇਟਾ ਵਿਲੀਅਮ ਪੈਦਾ ਹੋਇਆ ਤਾਂ ਉਹਨਾਂ ਨੇ ਆਪਣੇ ਬੇਟੇ ਦੀ ਹਰ ਹਰਕਤ ਨੂੰ ਨੋਟ ਕਰਨਾ ਸ਼ੁਰੂ ਕਰਤਾ। ਅੱਜ ਡਾਰਵਨ ਦੀ ਨੋਟਬੁੱਕ ਪੜ੍ਹੀਏ ਤਾਂ ਉਹਨਾਂ ਦੇ ਬੇਟੇ ਬਾਰੇ ਡਾਰਵਨ ਦੀਆਂ ਲਿਖਤਾਂ ਬਹੁਤ ਹੈਰਾਨ ਕਰਨ ਵਾਲੀਆਂ ਹਨ। ਕੈਂਬਰਿਜ ਯੂਨੀਵਰਸਿਟੀ ਵਿੱਚ ਰੱਖੀ ਡਾਰਵਨ ਦੀ ਨੋਟਬੁੱਕ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਵਿਗਿਆਨ ਦੇ ਦਖਲ ਦਾ ਦਸਤਾਵੇਜ਼ੀ ਸਬੂਤ ਹੈ। ਡਾਰਵਨ ਆਪਣੇ ਬੇਟੇ ਬਾਰੇ ਲਿਖਦੇ ਹਨ, ਪਹਿਲੇ ਹਫ਼ਤੇ ਵਿੱਚ ਉਸਨੇ ਕਿਸੇ ਬਜ਼ੁਰਗ ਵਾਂਗ ਹੱਥ ਪੈਰ ਮਾਰੇ, ਹਿਚਕੀ ਲਈ, ਛਿੱਕਾਂ ਮਾਰੀਆਂ ਅਤੇ ਚੂਸਾ ਕੀਤਾ। ਅੱਜ ਅਸੀਂ ਡਾਰਵਨ ਦੇ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਪਰ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਕਾਰੀ ਹੈ ਅਤੇ ਇਹ ਤਾਂ ਹੋਰ ਵੀ ਘੱਟ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਸਿਧਾਂਤ ਦੀ ਖੋਜ ਵਿੱਚ ਮਦਦ ਕੀਤੀ। ਖਾਸ ਗੱਲ ਇਹ ਹੈ ਕਿ ਉਹਨਾਂ ਦੇ ਵੱਡੇ ਹੁੰਦੇ ਬੱਚਿਆਂ ਦੀ ਜ਼ਿੰਦਗੀ ਨੇ ਵੀ ਉਹਨਾਂ ਦੇ ਮਨੁੱਖੀ ਵਿਕਾਸ ਨੂੰ ਸਮਝਣ ਵਿੱਚ ਮਦਦ ਕੀਤੀ। ਡਾਰਵਨ ਦਾ ਬੇਟਾ ਵਿਲੀਅਮ ਲੰਡਨ ਦੇ ਚਿੜੀਆ ਘਰ ਵਿੱਚ ਔਰੰਗਟਾਨ ਬਾਂਦਰ ਦੀ ਇੱਕ ਕਿਸਮ ਜੈਨੀ, ਇਸ ਬਾਂਦਰ ਦਾ ਨਾਂ ਰੱਖਿਆ ਗਿਆ ਸੀ, ਨਾਲ ਉਹਨਾਂ ਦੀ ਮੁਲਾਕਾਤ ਤੋਂ 1 ਸਾਲ ਬਾਅਦ ਪੈਦਾ ਹੋਇਆ ਸੀ। ਸਿੰਗਾਪੁਰ ਨੈਸ਼ਨਲ ਯੂਨੀਵਰਸਿਟੀ ਦੇ ਜਾਨ ਵਾਨ ਬਹੇ ਕਹਿੰਦੇ ਹਨ ਕਿ ਜੈਨੀ ਰਾਹੀਂ ਡਾਰਵਨ ਨੇ ਧਰਤੀ ਉੱਪਰ ਮਨੁੱਖੀ ਵਿਕਾਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਵੇਲੇ ਉਹ ਜੈਨੀ ਨੂੰ ਮਿਲੇ, ਉਹ ਮਨੁੱਖ ਦੇ ਵਿਕਾਸ ਬਾਰੇ ਸੋਚ ਵਿਚਾਰ ਕਰ ਰਹੇ ਸਨ। ਉਹ ਕਈ ਸਿਧਾਂਤਾਂ, ਥਿਊਰੀਆਂ ਉੱਪਰ ਕੰਮ ਕਰ ਰਹੇ ਸਨ, ਪਰ ਜੈਨੀ ਤੋਂ ਪਹਿਲਾਂ ਉਹ ਇਨਸਾਨ ਦੇ ਕਿਸੇ ਕਰੀਬੀ ਰਿਸ਼ਤੇਦਾਰ ਨੂੰ ਨਹੀਂ ਸਨ ਮਿਲੇ। ਜੈਨੀ ਨੂੰ ਵੇਖ ਕੇ ਉਹਨਾਂ ਨੂੰ ਇਹ ਸਮਝਣ ਵਿੱਚ ਆਸਾਨੀ ਹੋਈ ਕਿ ਇਨਸਾਨ ਦੇ ਪੁਰਖੇ ਬਾਂਦਰ ਸਨ। ਵਹੇ ਕਹਿੰਦੇ ਹਨ ਕਿ ਜਦੋਂ ਡਾਰਵਨ ਜੈਨੀ ਨੂੰ ਮਿਲਿਆ ਤਾਂ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਇਨਸਾਨਾਂ ਦਾ ਬਾਂਦਰ ਨਾਲ ਜ਼ਰੂਰ ਕੋਈ ਨਾ ਕੋਈ ਨਾਤਾ ਹੈ। ਜਦੋਂ ਉਹਨਾਂ ਨੇ ਜੈਨੀ ਦੀਆਂ ਹਰਕਤਾਂ ਅਤੇ ਉਸ ਦੇ ਹਾਵ ਭਾਵ ਉੱਤੇ ਗੌਰ ਕੀਤਾ ਤਾਂ ਉਹਨਾਂ ਨੂੰ ਆਪਣੀ ਗੱਲ ਸੱਚੀ ਲੱਗੀ। ਸਾਡੇ ਇਸ ਮਹਾਨ ਵਿਗਿਆਨੀ ਚਾਰਲਸ ਡਾਰਵਨ ਦੇ ਅਨਮੋਲ ਵਚਨ ਹਨ, ਜਿਹੜਾ ਇਨਸਾਨ 1 ਘੰਟਾ ਵੀ ਬਰਬਾਦ ਕਰਦਾ ਹੈ ਉਸ ਨੂੰ ਮਨੁੱਖੀ ਜੀਵਨ ਦੇ ਮੁੱਲ ਦਾ ਨਹੀਂ ਪਤਾ। ਨੰਬਰ 2, ਇਹ ਗੱਲ ਨਹੀਂ ਕਿ ਸਭ ਤੋਂ ਤਕੜਾ ਜਾਂ ਸਭ ਤੋਂ ਜ਼ਿਆਦਾ ਪ੍ਰਾਣੀ ਹੀ ਜਿਉਂਦਾ ਰਹਿ ਸਕਦਾ ਹੋਵੇ, ਸਗੋਂ ਉਹੀ ਜਿਉਂਦਾ ਰਹਿੰਦਾ ਹੈ ਜੋ ਤਬਦੀਲੀ ਦੇ ਅਨੁਕੂਲ ਢਲ ਸਕਦਾ ਹੋਵੇ। ਨੰਬਰ 3, ਗਰੀਬਾਂ ਦੀ ਤਰਸਯੋਗ ਹਾਲਤ ਕੁਦਰਤੀ ਨਿਯਮਾਂ ਕਾਰਨ ਨਹੀਂ, ਸਗੋਂ ਸਾਡੇ ਪ੍ਰਬੰਧਾਂ ਕਾਰਨ ਹੈ। ਕੀ ਅਸੀਂ ਵੱਡੇ ਪਾਪੀ ਨਹੀਂ ਹਾਂ? ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਡਾਰਵਨ ਇੰਨਾ ਜ਼ਿਆਦਾ ਸਾਦੇ ਸੁਭਾਅ ਦਾ ਮਾਲਕ ਸੀ ਕਿ ਕਾਰਲ ਮਾਰਕਸ ਅਤੇ ਐਂਗਲਸ ਨੇ ਕਾਰਲ ਮਾਰਕਸ ਦੀ ਯੁੱਗ ਪਲਟਾਊ ਕਿਤਾਬ ਦਾਸ ਕੈਪੀਟਲ ਉਹਨੂੰ ਸਮਰਪਿਤ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਚਾਰਲਸ ਡਾਰਵਨ ਨੇ ਬਹੁਤ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਸੀ। ਇਹ ਤਾਂ ਸੀ ਜੀ ਮੇਰਾ ਲੇਖ, ਜਿਹੜਾ ਕਾਫੀ ਲੰਬਾ ਸੀ। ਹੁਣ ਆਪਾਂ ਟੈਲੀਫੋਨ ਦੇ ਰਾਹੀਂ ਤੁਹਾਡੇ ਨਾਲ ਮੈਂ ਜਿਹੜਾ ਹੈਗਾ ਸੰਵਾਦ ਚਲਾਉਣ ਦੀ ਕੋਸ਼ਿਸ਼ ਕਰਦਾ ਵੀ ਤੁਸੀਂ। हाँ जी, हेलो जी, कौन थे जी, कितों बोलते हैं? वेलकम है जी। हेलो जी, कौन थे जी, कितों बोलते हैं जी? हेलो, हाँ, हेलो जी, कौन थे जी, कितों बोलते हैं जी? हेलो जी, हेलो जी, हाँ जी, की कहना चाਹੁੰਦੇ ਜੀ? ਹੈਲੋ, ਮੈਂ ਮੁਹੰਮਦ ਬੋਲ ਰਿਹਾ ਹਾਂ। ਵੀ ਤੁਸੀਂ ਚਾਰਲਸ ਡਾਰਵਨ ਦਾ ਜ਼ਿਕਰ ਕੀਤਾ ਹੈ ਕਿ ਉਹਨੇ ਕਿਹਾ ਸੀ ਕਿ ਮੈਨ ਇਜ਼ ਡਿਸੈਂਡੈਂਟ ਆਫ ਏਪਸ। ਹਾਂਜੀ ਮਤਲਬ ਕਾਫੀ ਕੰਟਰੋਵਰਸ਼ੀਅਲ ਹੈ ਕਿ ਕਈ ਏਪਸ ਬਿਲਕੁਲ ਆਦਮੀਆਂ ਤਰ੍ਹਾਂ ਰਲਦੇ ਨੇ। ਹਾਂਜੀ। ਲੇਕਿਨ ਜਿਸ ਤਰ੍ਹਾਂ ਸਾਡੇ ਮਤਲਬ ਡੋਂਟ ਮਾਈਂਡ ਮਾਈ ਕੋਟਿੰਗ ਵਨ ਰਿਲੀਜਨ, ਉਹ ਕਹਿੰਦੇ ਜੀ ਇਨਸਾਨ ਅਸ਼ਰਫੁਲ ਮਖਲੂਕਾਤ ਹੈ। ਜਿੰਨੀਆਂ ਵੀ ਹੈਵਾਨ ਜਾਂ ਇਨਸਾਨ ਪੈਦਾ ਹੋਏ ਨੇ, ਇਨਸਾਨ ਨੂੰ ਅਕਲ ਦਿੱਤੀ ਹੈ ਖੁਦਾ ਨੇ ਕਿ ਉਹ ਸੋਚ ਸਕੇ ਜਾਂ ਉਹਦੇ ਮੁਤਾਬਿਕ ਕੰਮ ਕਰ ਸਕੇ। ਤੇ ਉਹ ਮੈਨੂੰ ਇੱਕ ਰਿਚਰਡ ਨਿਕਸਨ ਦਾ ਇੱਕ ਇੰਟਰਵਿਊ ਯਾਦ ਆ ਗਿਆ, ਡੇਵਿਡ ਫਰੋਸਟ ਨੂੰ ਉਹਨੇ ਦਿੱਤਾ ਸੀ ਜਦੋਂ ਉਹ ਇੰਪੀਚ ਹੋਇਆ ਸੀ ਨਾ ਉਹਦੇ ਖਿਲਾਫ। ਹਾਂਜੀ। ਤੇ ਉਹਨੇ ਕਿਹਾ ਸੀ ਕਿ ਯੂਰ ਬ੍ਰੇਨ ਮਸਟ ਕੰਟਰੋਲ ਫॉर ਅ ਟੌਪ ਜੌਬ, ਯੂਰ ਬ੍ਰੇਨ ਮਸਟ ਕੰਟਰੋਲ ਯੂਰ ਹਾਰਟ। ਤੇ ਬ੍ਰੇਨ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਅਹਿਮ ਚੀਜ਼ ਹੈ ਇਨਸਾਨ ਦੇ ਹਰ ਸਿਸਟਮ ਨੂੰ, ਹਰ ਨਰਵਸ ਸਿਸਟਮ, ਹਰ ਸਿਸਟਮ ਨੂੰ ਕੰਟਰੋਲ ਕਰਦਾ ਹੈ। ਤੇ ਹੁਣ ਅੱਜ ਬੜਾ ਵੈਸੇ ਖਾਸ ਦਿਨ ਵੀ ਹੈਗਾ ਕਿ ਦੇਖੋ ਅਫਗਾਨਿਸਤਾਨ 20 ਸਾਲ ਠੀਕ ਆ ਲੜਦੇ ਰਹੇ। ਹਾਂਜੀ ਮੁਹੰਮਦ ਸਾਹਿਬ ਬਹੁਤ ਮਿਹਰਬਾਨੀ ਮੁਹੰਮਦ ਜੀ, ਥੈਂਕ ਯੂ ਵੈਰੀ ਮੱਚ। ਇਹ ਤਾਂ ਸੀ ਮੁਹੰਮਦ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਕੀਤੇ, ਕਿਉਂਕਿ ਆਪਾਂ ਚਾਰਲਸ ਡਾਰਵਨ ਬਾਰੇ ਗੱਲ ਕਰਨੀ, ਆਪਾਂ ਅਫਗਾਨਿਸਤਾਨ ਬਾਰੇ ਨਹੀਂ ਗੱਲ ਕਰਨੀ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ।
हाँ जी, तुसीं भी जानी कि जिहड़ा हैगा टैलीफोन कॉल करके अपने विचार मैनूं दस सकदे आ। टैलीफोन नंबर जिस तरह तुहानूं पता ही है कि 0300 770 2246 हैगा। हेलो जी, कौन थे जी, कित्थों बोलदे हैं? वेलकम है जी। हेलो। हाँ जी, अवतार। हाँ जी अवतार जी, की कहना चाहोगे? हेलो जी हरीश। हेलो। हाँ जी, हाँ जी, बड़ी बड़ी अज तो वेट कराई है तुसीं। हाँ जी, हाँ जी, काफ़ी लंबा सिलेख। हाँ जी, ये देखो जी डार्विन ਦਾ ਨੇ ਤੁਸੀਂ ਬੜੀ ਡਿਟੇਲਡ ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਹੈ। ਮੈਂ ਇੱਕ ਦੋ ਚੀਜ਼ਾਂ ਉਹਦੇ ਵਿੱਚ ਹਾਈਲਾਈਟ ਕਰਨੀ ਚਾਹਣਾ। ਹਾਂਜੀ। ਵੀ ਬੀਇੰਗ ਹੈਡ ਟੀਚਰ ਮਾਈਸੈਲਫ, ਜਦੋਂ ਸਕੂਲ ਚ ਗਿਆ ਨਾ ਆਪਣੇ ਜਿੱਥੇ ਸ਼ਰੋਸਬਰੀ, ਨਾਰਮਲੀ ਸਕੂਲਸ ਉਹਨਾਂ ਦਿਨਾਂ ਚ ਸਾਰੀ ਚਰਚ ਆਫ ਇੰਗਲੈਂਡ ਰਨ ਕਰਦੇ ਸੀਗੇ। ਹਾਂਜੀ ਹਾਂਜੀ। ਜਿਹੜੀ ਈਥੋਸ ਹੁੰਦੀਆਂ ਸੀ ਸਕੂਲ ਦੀਆਂ ਉਹ ਪ੍ਰੋਟੈਸਟੈਂਟ ਜਾਂ ਕੈਥਲਿਕ, ਮੇਨਲੀ ਪ੍ਰੋਟੈਸਟੈਂਟ ਦੀ ਈਥੋਸ ਹੁੰਦੀਆਂ ਸੀਗੀਆਂ। ਹਾਂਜੀ ਹਾਂਜੀ। ਤੇ ਸੋ ਜੋ ਚਰਚ ਚਾਹੁੰਦਾ ਸੀ ਉਹੀ ਕੁਛ ਜਿਹੜੀ ਐਜੂਕੇਸ਼ਨ ਦੀ ਡਾਇਰੈਕਸ਼ਨ ਸੀ ਜਾਂ ਜਿਹੜੀ ਜ਼ਿਆਦਾ ਤੌਰ ਤੇ ਸਿਖਾਈ ਜਾਂਦੀ ਸੀ ਰਿਲੀਜੀਅਸ ਬੇਸਡ ਹੁੰਦੀ ਸੀਗੀ, ਡੋਮੀਨੈਂਸ ਆਫ ਰਿਲੀਜਨ ਹੁੰਦੀ ਸੀ। ਤੇ ਜਿਹੜੀ ਸਾਇੰਸ ਵਗੈਰਾ ਪੜ੍ਹਨੀ ਸੀਗੀ, ਇਟ ਵਾਸ ਕੰਸੀਡਰਡ ਟੂ ਬੀ ਅ ਪਰਾਇਆ ਸੌਰਟ ਆਫ ਥਿੰਗ, ਵੀ ਸਾਇੰਸ ਤਾਂ ਪੜ੍ਹਨੀ ਨਹੀਂ ਚਾਹੀਦੀ। ਫਿਲਾਸਫੀ, ਰਿਲੀਜਨ, ਗ੍ਰੀਕ ਜਿਹੜੀ ਤੁਸੀਂ ਕਿਹਾ ਉਹ ਪੜ੍ਹਨੀ ਚਾਹੀਦੀ ਹੈ। ਹਾਂਜੀ ਹਾਂਜੀ। ਮਗਰ ਡਾਰਵਿਨ ਨੇ ਕੈਮਿਸਟਰੀ ਲਿੱਤੀ। ਜਦੋਂ ਉਸਨੇ ਕੈਮਿਸਟਰੀ ਲਿੱਤੀ ਤੇ ਲੋਕੀ ਕਹਿਣ ਲੱਗੇ ਬੇਵਕੂਫ ਹੈ। ਐਂਡ ਜਿਹੜਾ ਹੈਡ ਟੀਚਰ ਸੀਗਾ ਉਹਨੇ ਕਿਹਾ ਹੈ ਵੀ he was very critical of him in dabbling into chemistry and ਜਿਹੜੇ ਉਹਦੇ ਫਿਰ ਸਕੂਲਮੇਟ ਸੀਗੇ ਉਸਨੇ ਉਹਨੂੰ ਨਿਕਨੇਮ ਕਹਿਣ ਲੱਗੇ ਗੈਸ। That's very derogatory word. ਇਹਦਾ ਗੈਸ ਹੈਗਾ, ਠੀਕ ਹੈ ਨਾ। ਸੋ ਮਤਲਬ ਕਹਿੰਦਾ ਹੈਗਾ ਵੀ ਜੇ ਸਕੂਲ ਵਿੱਚ ਤੁਸੀਂ ਕਿਸੇ ਨੂੰ ਏਦਾਂ ਉਹਦੇ ਤੋਂ ਹੈਡ ਟੀਚਰ ਤੋਂ ਥੱਲੇ ਤੱਕ ਸਾਰੇ ਹੀ ਤੁਹਾਡੇ ਵਿਊਜ਼ ਦੇ ਜਾਂ ਤੁਹਾਡੇ ਜਿਹੜੇ ਕਰੀਅਰ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਨੂੰ ਅੰਡਰਮਾਈਨ ਕਰਨ, ਤੁਸੀਂ ਤੁਹਾਡੀ ਕਿੱਦਾਂ ਦੀ ਪਰਸਨੈਲਿਟੀ ਹੋਣੀ ਚਾਹੀਦੀ ਆ ਕਿ ਤੁਸੀਂ ਫਿਰ ਅੱਗੇ ਜਾ ਕੇ ਸਕਸੈਸਫੁਲ ਹੋਵੋ। ਬਿਲਕੁਲ। ਤੇ ਫਿਰ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਜਦੋਂ ਜਿਹੜੀ ਨॉन ਰਿਲੀਜੀਅਸ ਬਾਇਓਲੋਜੀ ਸੀਗੀ ਨਾ, ਉਸ ਵੇਲੇ ਜਿਹੜੇ ਸੋਸਾਇਟੀ ਇਨ ਦਿਸ ਕੰਟਰੀ ਵਾਸ ਚੇਂਜਿੰਗ, ਮੋਰ ਐਂਡ ਮੋਰ ਪੀਪਲ ਬਿਕਮਿੰਗ ਪ੍ਰੋਫੈਸ਼ਨਲਸ ਐਂਡ ਉਹਨਾਂ ਵਿੱਚ ਉਹ ਪੋਪੂਲਰ ਹੋ ਰਹੀ ਸੀਗੀ, ਠੀਕ ਨਹੀਂ। ਤੇ ਸੋ ਦੈਨ ਜਿਹੜੀ ਉਹਨਾਂ ਦੀ ਦੇਖੋ ਮੇਨ ਥਿਊਰੀ ਸੀ ਇਵੋਲੂਸ਼ਨ ਆਫ ਸਪੀਸੀਜ਼। ਜਿਹੜੀ ਇਵੋਲੂਸ਼ਨਰੀ ਥਾਟ ਸੀਗੀ, ਇਮੇਜਰੀ ਸੀਗੀ, ਹੈਡ ਸਪਰੈਡ ਰਾਈਟ ਥਰੂ ਨਾਟ ਇਨ ਸਾਇੰਸ ਬਟ in literature and politics, the philosophy ਸਾਰੇ ਫੈਲ ਜਾ ਰਹੀ ਸੀਗੀ in spite of the fact ਵੀ ਉਹਨਾਂ ਨੂੰ ਬੜੀ opposition ਹੋਈ। ਇਸ ਤੋਂ ਆਪਾਂ ਕੀ ਸਿੱਖਦੇ ਆ? ਜਿਹੜਾ ਵੀ ਕੋਈ ਵੀ ਆਪਾਂ ਇਨਸਾਨ ਹੈਗੇ ਆ ਤੇ ਉਸਨੇ he did what he wanted to do against all the odds. Absolutely. ਉਹਨੇ ਲੋਕਾਂ ਦਾ ਜਿਹੜਾ thought process ਸੀ ਉਹਨਾਂ ਦਿਨਾਂ 'ਚ which was ਉਹਨੂੰ ਚੈਲੰਜ ਕੀਤਾ। ਚੈਲੰਜ ਏਦਾਂ ਨਹੀਂ ਕੀਤਾ ਰੌਲਾ ਪਾਉਣ ਨਾਲ ਜਾਂ ਮਾਰਚਿਸ ਕਰਨ ਦੇ ਨਾਲ, ਨੋ, ਚੈਲੰਜ ਕੀਤਾ ਬਾਈ ਰਿਸਰਚ, by evidence, producing evidence, writing papers, influencing people based on merit, based on evidence. Absolutely. ठीक नहीं? And लोगों ਨੂੰ ਵੀ ਸੋਚਣ ਲਾਤਾ ਵੀ ਜੇ ਅਸੀਂ ਬਲੀਵ ਕਰਦੇ ਆ, ਫੋਰ ਐਗਜ਼ਾਮਪਲ ਜਿਹੜਾ ਬਲੀਫ ਸੀਗਾ ਵੀ ਜਿਹੜੀ ਦੁਨੀਆ ਵਾ ਇਨਸਾਨ ਹੈ ਐਡਮ ਐਂਡ ਈਵ ਤੋਂ ਬਣਿਆ, ਕਹਿੰਦਾ ਰੱਬ ਨੇ ਦੋ ਬੰਦੇ ਬਣਾਏ ਉਹ ਹੈਗੇ ਉਹਨਾਂ ਤੋਂ ਅਸੀਂ ਵੀ ਆਰ ਦੀ ਜਨਰੇਸ਼ਨਸ ਆਫ ਦੈਟ ਪਰਸਨ। ਪਰ ਇਸਨੇ ਕਿਹਾ ਨਹੀਂ, ਜਿਹੜਾ ਇੱਥੇ ਪੈਦਾ ਜਿਹੜੀ ਇੱਕ ਸਿੰਗਲ ਸੈਲ ਬਿਲਕੁਲ ਲਾਈਫ create ਹੋਈ ਆ ਤੇ what we are today, we are part of that evolutionary process. Absolutely. During that process ਜਿਹੜੀ survival of the fittest ਹੈ ਉਹ ਹੈਗੀ। for example ਹੁਣ ਇਸ ਵੇਲੇ ਆਪਾਂ ਸਾਰੇ ਪੈਂਡੈਮਿਕ ਦੇ ਵਿਕਟਿਮਸ ਹੈਗੇ ਆ, ਰਾਈਟ। ਇਹ ਪਹਿਲਾਂ ਨਹੀਂ ਪੈਂਡੈਮਿਕ ਹੋਇਆ, ਬੜੇ ਪਹਿਲਾਂ ਵੀ ਪੈਂਡੈਮਿਕਸ ਬਹੁਤ ਹੋਏ। ਬਿਲਕੁਲ। ਐਂਡ ਉਹਨਾਂ 'ਚ ਕੀ ਹੁੰਦਾ ਸੀ, ਬਿਕੋਜ਼ ਸੋਸਾਇਟੀਜ਼ ਦੀ ਮੂਵਮੈਂਟ ਘੱਟ ਸੀ, ਉਸ ਏਰੀਆ ਵਿੱਚ ਪੈਂਡੈਮਿਕ ਹੁੰਦਾ ਸੀ, ਉਸ ਏਰੀਆ 'ਚ ਸਰਵਾਈਵਲ ਆਫ ਦੀ ਫਿਟੈਸਟ ਸੀ। ਦਵਾਈਆਂ ਨਹੀਂ ਸੀ ਹੁੰਦੀਆਂ, ਲੋਕੀ ਜਿਹੜੇ ਘਰ ਦੇ ਕੋਈ ਸਿਆਣੇ ਸੀ ਕੋਈ ਕੁਛ ਸੀ ਉਹ ਕਹਿਣ ਲੱਗ ਵੀ ਇਹ ਦਵਾਈ ਚੱਲਦੀ ਹੈ, ਇਹ ਦਵਾਈ ਨਹੀਂ, ਕੋਈ ਨਹੀਂ ਸੀ ਚੱਲਦੀ। ਮਗਰ ਜਿਹੜਾ ਕੋਈ ਨੈਚੁਰਲੀ ਠੀਕ ਹੋ ਗਿਆ ਉਹ ਕਹਿੰਦੇ ਸੀ ਇਹ ਦਵਾਈ ਚੱਲਦੀ ਹੈ, ਉਹ ਵਹਿਮ ਪੈਦਾ ਹੋ ਗਏ। ਮਗਰ ਡਾਰਵਿਨ ਨੇ ਕੀ ਕੀਤਾ ਵੀ ਜਿਹੜੇ ਐਵੀਡੈਂਸ ਬੇਸਡ ਰਿਸਰਚ ਨਾਲ ਜਿਹੜਾ ਸ਼ੁਰੂ ਕੀਤਾ ਉਸ ਦੇ ਰਿਜ਼ਲਟ ਕੀ ਹੋਇਆ ਵੀ ਅੱਜ ਟੂ ਡੇਟ ਪੀਪਲ ਆਰ ਡੂਇੰਗ ਰਿਸਰਚ। ਐਬਸੋਲੂਟਲੀ ਦਿੱਲੀ ਲਿਆਉਣੀ ਹੈ ਸਾਡੀ ਕਮਿਊਨਿਟੀ 'ਚ, ਇੰਡੀਵਿਜੂਅਲ ਲੈਵਲ ਤੇ ਕਰਕੇ ਦਿਖਾਵੋ ਐਂਡ ਟਰਾਈ ਟੂ ਕਨਵਿੰਸ ਪੀਪਲ ਸਪੋਰਟਡ ਬਾਈ ਐਵੀਡੈਂਸ ਰਾਦਰ ਦੈਨ ਰੌਲੇ ਦੇ ਨਾਲ। ਐਂਡ ਵੀ ਵਿਲ ਬੀ ਅ ਬੈਟਰ ਸੋਸਾਇਟੀ ਇਨ ਦੀ ਮਾਈਕਰੋ ਸੈਂਸ ਆਪਣੀ ਜਿਹੜੀ ਇਨ ਦੀ ਕਮਿਊਨਿਟੀਜ਼ ਨੇ ਐਂਡ ਇਨ ਦੀ ਮੈਕਰੋ ਸੈਂਸ ਜਿਹੜੀ ਸਾਰੀ ਦੁਨੀਆ ਹੈਗੀ ਹੈ। ਥੈਂਕ ਯੂ ਵੈਰੀ ਮਚ। ਇਹ ਤਾਂ ਸੀ ਅਵਤਾਰ ਮੰਗਟ ਹੋਣੀ ਹੈਡ ਟੀਚਰ।
ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਨੰਬਰ ਸਾਡਾ ਜਿਹੜਾ 0300 7702246। ਮੈਨੂੰ ਪਤਾ ਤੁਹਾਨੂੰ ਤੁਸੀਂ ਸਾਂਝੇ ਕਰਦੇ ਹੋ, ਪਰ ਇਹ ਲੇਖ ਸਾਰਾ ਪੜ੍ਹਨਾ ਬਹੁਤ ਜ਼ਰੂਰੀ ਸੀ। ਮੈਂ ਬਹੁਤ ਮਿਹਨਤ ਦੇ ਨਾਲ, ਤੁਸੀਂ ਦੇਖ ਹੀ ਲਿਆ ਹੈਗਾ, ਬੜੀ ਖੋਜਾਂ ਤੋਂ ਬਾਅਦ ਜਾਣੀ ਕਿ ਇਹ ਲਿਖ ਲਿਆ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਜੀ, ਹਰੀ ਜੀ, ਮੈਂ ਭਗਵੰਤ। ਹਾਂਜੀ ਭਗਵੰਤ ਜੀ, ਕੀ ਕਹਿਣਾ ਚਾਹੋਗੇ ਬਰੀਫਲੀ? ਹਾਂਜੀ, ਇਹ ਹੈ ਕਿ ਜਿਹੜਾ ਅੱਜ ਤੁਸੀਂ ਸਬਜੈਕਟ ਲੈਂਦਾ ਬਹੁਤ ਹੀ ਗੰਭੀਰ ਸਬਜੈਕਟ ਹੈ, ਉਹਦੇ ਹਾਂਜੀ। ਵਿੱਚ ਲੈਣਾ ਕੋਈ ਸੌਖਾ ਨਹੀਂ ਹੈ। ਪਰ ਫਿਰ ਵੀ ਮੈਂ ਕਹੂੰਗਾ ਕਿ ਜਿਹੜਾ ਉਸ ਬੰਦੇ ਨੇ ਜੋ ਥਿਊਰੀ ਦਿੱਤੀ ਹੈ ਦੁਨੀਆ ਦੇ ਵਿੱਚ, ਉਹਨੇ ਆਪਣੇ ਸਬੂਤਾਂ ਦੇ ਨਾਲ ਉਸਨੇ ਪੇਸ਼ ਕੀਤੀ ਹੈ। ਕੋਈ ਇਸ ਤਰ੍ਹਾਂ ਨਹੀਂ ਹੈ ਕਿ ਉਸਨੇ ਐਵੇਂ ਹਵਾ 'ਚ ਗੱਲਾਂ ਕਰ ਦਿੱਤੀਆਂ ਜਿਵੇਂ ਆਮ ਲੋਕ ਕਰਦੇ ਨੇ। ਉਹਨੇ ਸਬੂਤਾਂ ਦੇ ਨਾਲ ਤਿਕਤੀਆਂ ਇਕੱਠੀਆਂ ਕੀਤੀਆਂ, ਚਿੜੀਆਂ ਇਕੱਠੀਆਂ ਕੀਤੇ, ਕਬੂਤਰ ਇਕੱਠੇ ਕੀਤੇ, ਬਿਲਕੁਲ, ਤੇ ਉਹਨਾਂ ਦੀ ਚੁੰਝਾਂ ਦਾ ਪਰੀਖਣ ਕਰਕੇ ਉਹਦਾ ਸਾਰਾ ਕੁਝ ਸਬੂਤ ਦਿੱਤਾ, ਕਿਸ ਤਰ੍ਹਾਂ ਚੀਜ਼ਾਂ ਚੇਂਜ ਹੁੰਦੀਆਂ ਆਈਆਂ, ਕਿੱਦਾਂ ਬਦਲਦੀਆਂ ਆਈਆਂ। ਤੇ ਉਸੇ ਪਿੱਛੇ ਥਿਊਰੀ ਇੱਕ ਆਉਂਦੀ ਸੀ ਜਿਹੜੀ ਕਿ ਅੱਜ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਸੀਂ ਮਸ਼ਹੂਰ ਕਰਕੇ ਕਰਦੇ ਹਾਂ ਕਿ ਅਸੀਂ ਬਾਂਦਰ ਤੋਂ ਬੰਦੇ ਬਣੇ ਆ। ਤੇ ਉਸਨੇ ਇਹ ਗੱਲ ਨੂੰ ਪ੍ਰੂਵ ਕੀਤਾ ਕਿ ਕਿਸ ਤਰ੍ਹਾਂ ਅਸੀਂ ਚੇਂਜ ਬਦਲਦੇ ਰਹਿੰਦੇ ਆ। ਤੇ ਉਸਨੇ ਇਹ ਬਿਲਕੁਲ ਦੱਸਿਆ ਕਿ ਕਿਸੇ ਜਗ੍ਹਾ ਤੇ ਜਦੋਂ ਨਾ ਇੱਕ ਚਿੜੀਆਂ ਦੇ ਟਾਪੂ ਦੇ ਉੱਤੇ ਇਹ ਸੀਗਾ, ਉਹਨੇ ਦੱਸਿਆ ਕਿ ਉੱਥੇ ਜਦੋਂ ਜਿਹੜੇ ਉੱਥੇ ਫਰੂਟ ਸੀ ਔਰ ਫਲ ਸੀ ਉਹ ਪੋਲੇ ਹੁੰਦੇ ਸੀਗੇ, ਖਾਂਦੀਆਂ ਸੀਗੀਆਂ, ਤੇ ਉਹਨਾਂ ਦੀ ਜਿਹੜੀ ਚੂਹੀਆਂ ਸੀ ਉਹ ਤਿੱਖੀਆਂ ਸੀਗੀਆਂ। ਪਰ ਕਿਸੇ ਇਹ ਹੋਇਆ ਕਿ ਕੁਝ ਸਾਲਾਂ ਬਾਅਦ ਫਿਰ ਜਿਹੜਾ ਉਹ ਫਲ ਲੱਗਣਾ, ਜਿਹੜਾ ਫਰੂਟ ਸੀ, ਜਿਹੜੇ ਸੌਫਟ ਸੀਗੇ, ਨਰਮ ਸੀ, ਉਹ ਬੰਦ ਹੋ ਗਏ ਤੇ ਉਹ ਚਿੜੀਆਂ ਉੱਡ ਕੇ ਹੋਰ ਪਾਸੇ ਚਲੀ ਗਈਆਂ। ਤੇ ਉੱਥੇ ਜਾ ਕੇ ਉਹਨਾਂ ਨੂੰ ਨਟ ਜਿਹੜੇ ਨਾ ਆਪਣੇ ਅਖਰੋਟ, ਨਹੀਂ ਵੀ ਕਹਿਣਾ ਚਾਹੀਦਾ ਵੀ ਜਿਹੜੇ ਸਖਤ ਜਿਹੜੇ ਫਲ ਫਰੂਟ ਸੀ ਉਹ ਖਾਣੇ ਪਏ, ਤੇ ਉਹਨਾਂ ਦੀ ਚੂੰਝਾਂ ਜਿਹੜੀਆਂ ਤਿੱਖੀਆਂ ਸੀ ਹੌਲੀ ਹੌਲੀ ਉਹ ਮੋਟੀਆਂ ਤੇ ਛੋਟੀਆਂ ਹੋ ਗਈਆਂ ਸੀ। ਬਿਲਕੁਲ ਬਿਲਕੁਲ। ਉਸ ਨੇ ਇਹ ਗੱਲ ਨੂੰ ਪ੍ਰੂਵ ਕੀਤਾ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਨੈਚੁਰਲ ਸਿਲੈਕਸ਼ਨ ਹੈ, ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਚੇਂਜ ਕਰਦੇ ਰਹਿੰਦੇ ਹਾਂ, ਥਾਂ ਬਦਲਦੇ ਰਹਿੰਦੇ ਹਾਂ। ਉਸ ਨੇ ਕਾਫੀ ਇਹ ਗੱਲਾਂ ਹੁਣ ਇੰਨੇ ਟਾਈਮ ਦੇ ਵਿੱਚ ਤਾਂ ਨਹੀਂ ਹੋਣ ਲੱਗੀਆਂ। ਠੀਕ ਹੈ, ਤੁਸੀਂ ਜਿਹੜਾ ਸਬਜੈਕਟ ਲੈਂਦਾ ਇਸ ਨੂੰ ਅੱਗੇ ਨੂੰ ਵਧਾਉਣਾ ਚਾਹੀਦਾ ਕਿ ਲੋਕਾਂ ਦਾ ਨੌਲੇਜ ਵਧੇ। ਅਸਲ ਦੇ ਵਿੱਚ ਇਸ ਦੇ ਲਈ ਬੇਸਿਕ ਤੁਹਾਨੂੰ ਸਾਇੰਸ ਦੇ, ਜਿਓਲੋਜੀ ਦੇ, ਬਾਇਓਲੋਜੀ ਦੇ ਕਾਨੂੰਨ ਪਤਾ, ਜਿਹੜੇ ਫਿਲਾਸਫੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਤਾਂ ਜਾ ਕੇ ਇਸ ਡਿਬੇਟ ਦੇ ਵਿੱਚ ਬੰਦਾ ਹਿੱਸਾ ਲੈ ਸਕਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਹੈ ਦੱਸ ਜੀ ਭਗਵੰਤ ਹੋਣੀ। ਤੁਸੀਂ ਵੀ ਟੈਲੀਫੋਨ ਕਾਲਸ ਕਰਕੇ ਸਾਨੂੰ ਵਿਚਾਰ ਆਪਣੇ ਸਾਂਝੇ ਕਰ ਸਕਦੇ। ਮੈਂ ਸਾਰੇ ਕਾਲਰਸ ਦਾ ਹੁਣ ਤੋਂ ਹੀ ਧੰਨਵਾਦ ਕਰਨਾ ਸ਼ੁਰੂ ਕਰ ਦੇਵਾਂ। ਤੁਹਾਨੂੰ ਪ੍ਰੋਗਰਾਮ ਕਿਹੋ ਚੰਗਾ ਲੱਗਿਆ ਕਿ ਉਹਦੇ ਬਾਰੇ ਵੀ ਜ਼ਰੂਰ ਦੱਸਣਾ, ਇਹਦੇ ਵਿੱਚ ਕੀ ਖਾਮੀਆਂ ਰਹੀਆਂ ਉਹਦੇ ਬਾਰੇ ਵੀ ਜ਼ਰੂਰ ਦੱਸਣਾ। ਤੇ ਜਿਹੜੀਆਂ ਕਾਲ ਤੁਸੀਂ ਅਜੇ ਵੀ ਕਰ ਸਕਦੇ, ਮੇਰੇ ਤੋਂ ਅਜੇ ਵੀ 3.5 ਮਿੰਟ ਹੈਗੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹਾਂ ਜੀ, ਟਾਈਮ ਥੋੜਾ ਜਿਹਾ। ਡਾਕਟਰ ਸਾਹਿਬ ਨਮਸਕਾਰ ਜੀ, ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਹਾਂ ਜੀ, ਦੇਖੋ ਜੀ, ਜਿਹੜਾ ਸਾਇੰਸ ਦਾ ਵਿਸ਼ਾ ਤੁਸੀਂ ਲਿਆਂਦਾ ਚਾਰਲਸ ਡਾਰਵਿਨ ਦਾ, ਤੇ ਉਹਨਾਂ ਨੇ ਤਾਂ ਦੇਖੋ ਜਿੰਨੇ ਵੀ ਅੱਜ ਦੁਨੀਆ ਦੇ ਵਿੱਚ ਤਰੱਕੀ ਹੋਈ ਆ ਉਹ ਸਾਰੀ ਸਾਇੰਟਿਸਟ ਜਿਹੜੇ ਆ ਉਹਨਾਂ ਦੀ ਖੋਜ ਨਾਲ ਹੀ ਹੋਈ ਆ। ਐਬਸੋਲੂਟਲੀ। ਲੇਕਿਨ ਲੋਕਾਂ ਨੇ ਤਾਂ ਅੰਧ ਵਿਸ਼ਵਾਸ ਇਹ ਕੀਤਾ ਸੀਗਾ, ਭਾਰਤ ਦੇ ਵਿੱਚ ਤਾਂ ਇਹ ਕਿਹਾ ਸੀਗਾ, ਜਿਹੜੇ ਉੱਥੇ ਦੇ ਗਿਆਨੀ ਸੀ ਉਹਨਾਂ ਨੇ ਕਿਹਾ ਵੀ ਅਗਰ ਜੇ ਔਰਤ ਪੜ ਗਈ ਤਾਂ ਜਿਹੜਾ ਉਹਦਾ ਹਸਬੈਂਡ ਹੈ ਉਹਦੀ ਡੈਥ ਹੋ ਜਾਏਗੀ। ਹਾਂਜੀ, ਏਦਾਂ ਦੇ ਸਾਡੇ ਗਿਆਨ ਜਿਹੜੇ ਭਾਰਤ ਦੇ ਲੋਕ ਸੀਗੇ। ਅੱਜ ਸਾਇੰਸ ਨੇ ਇਹ ਕਾਢਾਂ ਕੱਢੀਆਂ ਜਿਹੜੀਆਂ ਤੁਸੀਂ ਇਹ ਦੇਖ ਲਓ, ਬਿਜਲੀ ਦੀ ਕਾਢ ਕੱਢੀ ਆ, ਐਰੋਪਲੇਨ, ਰਾਕਟ ਵਗੈਰਾ, ਕਾਰ, ਟੀਵੀ, ਫੋਨ, ਸਾਰਾ ਕੁਝ ਇਹ ਸਾਇੰਸ ਦੀ ਕੋਸ਼ਿਸ਼ ਨਾਲ ਹੀ ਹੋਇਆ। ਜੇ ਅਸੀਂ ਉਸ ਲੋਕਾਂ ਦੇ ਉਹਨਾਂ ਦੇ ਅੰਧ ਵਿਸ਼ਵਾਸ ਦੇ ਵਿੱਚ ਫਸੇ ਰਹਿੰਦੇ ਤਾਂ ਦੁਨੀਆ ਕਦੇ ਸੀ ਨਹੀਂ ਤਰੱਕੀ ਕਰ ਸਕਦੀ। ਹੁਣ ਤੁਸੀਂ ਇਹ ਦੇਖ ਲਓ ਵੀ ਸਾਡੇ ਇੰਡੀਆ ਦੇ ਸਾਇੰਟਿਸਟ ਕਹਿੰਦੇ ਜਿਹੜੀ ਇਹ ਜ਼ਮੀਨ ਹੈ ਨਾ, ਇਹ ਬਲਦ ਦੇ ਸਿੰਘ ਤੇ ਖੜੀ ਆ। ਚਲੋ ਖੈਰ ਕੋਈ ਨਹੀਂ। ਆਪਣੇ ਮਾਨ ਸਾਹਿਬ ਤਾਂ ਇੱਕ ਸਿੰਘ ਤੋਂ ਦੂਜੇ ਸਿੰਘ ਤੇ ਤਾਂ ਭਜਾ ਲਾਂਦਾ, ਕੋਈ ਨਹੀਂ। ਮਾਨ ਸਾਹਿਬ ਉਹਨਾਂ ਨੂੰ ਖੜੀ ਰਹਿਣ ਦਿਓ, ਆਪਾਂ ਆਪਣੇ ਕੰਮ ਤੇ ਲੱਗੇ ਰਹਿਣਾ। ਠੀਕ ਹੈ, ਠੀਕ ਹੈ। ਮੇਰਾ ਕਹਿਣ ਦਾ ਮਤਲਬ ਇਹ ਸਿਰਫ ਸਾਇੰਸ ਦੇ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਅਰਥ ਕੋਈ ਕਿਉਂ ਦਾ। ਬਿਲਕੁਲ ਬਿਲਕੁਲ। ਇਹਦੇ ਵਿੱਚ ਇੱਕ ਦਿਨੋਂ ਜਿਹੜੀ ਅੱਗ ਲੱਗਦੀ ਉਹ ਕਿੱਦਾਂ ਲੱਗਦੀ ਹੈ, ਔਰ ਪਾਣੀ ਦੇ ਵਿੱਚ ਉਛਾਲ ਪੜਾ ਇਹ ਕਿਸ ਤਰ੍ਹਾਂ ਦਾ ਸਾਰਾ ਕੁਝ ਆਉਂਦਾ। ਇਹ ਸਿਰਫ ਸਾਇੰਸਦਾਨਾਂ ਦੀ ਕੋਸ਼ਿਸ਼ ਦੇ ਨਾਲ ਹੀ ਇਹ ਹੋ ਰਿਹਾ ਹੈਗਾ। ਓਕੇ ਮਾਨ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮਾਨ ਸਾਹਿਬ। ਸਭ ਤੋਂ ਅਜੇ 2 ਮਿੰਟ ਹੈ, ਤੁਸੀਂ ਟੈਲੀਫੋਨ ਕਾਲਸ ਕਰ ਸਕਦੇ। ਮੈਂ ਅਜੇ ਵੀ ਕਾਲ ਲੈਣ ਨੂੰ ਤਿਆਰ ਹੈਗਾ। ਬਹੁਤ ਹੀ ਜ਼ਿਆਦਾ ਮੈਂ ਧੰਨਵਾਦੀ ਹੈਗਾ। ਮੈਂ ਬਹੁਤ ਥੋੜ੍ਹਾ ਟਾਈਮ ਦੇ ਰਿਹਾ ਕਿਉਂਕਿ ਟਾਈਮ ਜਿਹੜਾ ਸੀਗਾ ਲੇਖ ਪੜ੍ਹਨਾ ਬਹੁਤ ਜ਼ਰੂਰੀ ਸੀਗਾ, ਕਿਉਂਕਿ ਲੇਖ ਕਾਫੀ ਲੰਬਾ ਸੀ। ਮੈਂ ਕਾਫੀ ਖੋਜ ਤੋਂ ਬਾਅਦ ਮੈਂ ਵੀ ਲਿਖਿਆ ਸੀਗਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਹੋ? ਵੈਲਕਮ ਹੈ ਜੀ। ਹੈਲੋ, ਮੈਂ ਦਸਾਂਝ ਬੋਲਦਾ, ਹਰੀਸ਼। ਦਸਾਂਝ ਸਾਹਿਬ, ਸਿਰਫ 1 ਮਿੰਟ ਹੈ। ਹਾਂ, 1 ਮਿੰਟ। ਹਾਂ ਜੀ, ਸਿਰਫ 1 ਮਿੰਟ। ਅੱਛਾ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੇ ਸਬਜੈਕਟ ਹੁੰਦੇ ਨਾ, ਤੁਸੀਂ ਇੰਟਰਨੈਟ ਤੋਂ ਲੈ ਕੇ ਪੜ੍ਹਦੇ ਆ। ਹਾਂਜੀ, ਤੁਸੀਂ ਤਕਰੀਬਨ 20 ਮਿੰਟ ਲਈ ਬੋਲਿਆ ਕਰੋ ਤਾਂ ਕਿ ਇਹਦੇ ਉੱਤੇ ਹੈਲੋ। ਹਾਂਜੀ, ਮੈਂ ਸੁਣ ਰਿਹਾ। ਇਹਦੇ ਉੱਤੇ ਤੁਹਾਡਾ ਜਵਾਬ ਦੇ ਸਕਣਾ। ਠੀਕ ਹੈ ਜੀ।
ठीक है जी। मैं तत्थों ये पूछना चाहना कि ਜਿਹੜਾ ਕਾਰਲ ਮਾਰਕਸ ਬਾਰੇ ਤੁਹਾਂ ਕਿਹਾ ਉਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਕੀ ਕਿਹਾ ਉਹਨੇ। ਕਾਰਲ ਮਾਰਕਸ ਕਹਿੰਦਾ ਉਹਨਾਂ ਨੂੰ ਉਹ ਕਿਤਾਬ ਡੈਡੀਕੇਟ ਕਰਨਾ ਚਾਹੁੰਦੇ ਸੀ ਆਪਣੀ ਜਿਹੜੀ ਸੀ ਦਾਸ ਕੈਪੀਟਲ। ਨਾਲ ਦੀ ਨਾਲ ਇਹ ਦੱਸਿਆ ਕਰੋ ਕਿ origin of species ਔਰ ਸਰਵਾਈਵਲ ਆਫ ਦਾ ਫਿਟੈਸਟ ਦੇ ਵਿੱਚ ਮਤਲਬ ਇਹ ਨਿਕਲਦਾ ਕਿ ਇਨਸਾਨਾਂ ਦੇ ਬਾਰੇ ਜਿਹੜੀ ਖੋਜ ਕੀਤੀ ਜਾਂ ਇੱਕ ਇਕਨੋਮੀ ਦੇ ਉੱਤੇ ਜਾਂ ਇਕਨੋਮਿਕਸ ਦੇ ਉੱਤੇ ਉਸ ਦੋਨੋਂ ਇਹ ਫਿਲਾਸਫਰ ਉਸ ਸਮੇਂ ਦੇ ਹੋਏ ਆ, ਇੱਕੋ ਵੇਲੇ ਦੇ। ਬਿਲਕੁਲ ਬਿਲकुल 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 ਹੋਏ ਆ। ਠੀਕ ਹੈ ਜੀ। ਕਾਰਲ ਮਾਰਕਸ ਨੇ ਇਹ ਸਾਬਤ ਕਰਕੇ ਦੱਸਤਾ ਕਿ ਇਨਸਾਨ ਉਹ ਜਿੰਦਾ ਰਹੇਗਾ ਜੇ ਅੱਜ ਉਹ ਤਕੜਾ ਨਾ ਹੋਏਗਾ ਤੇ। ਠੀਕ ਹੈ, ਓਕੇ ਜੀ। ਆਪਣੇ ਦਸਾਂਝ ਸਾਹਿਬ ਬਸ ਹੀ ਟਾਈਮ ਮੇਰੇ ਤੋਂ ਖਤਮ ਹੋ ਗਿਆ। ਅਗਲੇ ਹਫਤੇ ਤੁਹਾਡੇ ਨਾਲ ਮੈਂ ਕੋਈ ਹੋਰ ਸਬਜੈਕਟ ਲੈ ਕੇ ਜਿਹੜੀ ਸਾਂਝ ਪਾਊਂਗਾ। ਤੁਹਾਡਾ ਸਾਰਿਆਂ ਹੀ ਕਾਲਜ ਦਾ ਬਹੁਤ ਬਹੁਤ ਧੰਨਵਾਦੀ। ਜਿਹੜੀਆਂ ਕਾਲਜ ਮੈਂ ਨਹੀਂ ਲੈ ਸਕਿਆ ਉਹਨਾਂ ਤੋਂ ਮੈਂ ਮਾਫੀ ਮੰਗਦਾ, ਕਿਉਂਕਿ ਲੇਖ ਪੜ੍ਹਨਾ ਬਹੁਤ ਜ਼ਰੂਰੀ ਸੀਗਾ। ਇਹ ਬਹੁਤ ਖੋਜ ਤੋਂ ਬਾਅਦ ਜਾਣੀ ਕਿ ਲੇਖ ਲਿਖਿਆ ਸੀ। ਇੱਦਾਂ ਨਹੀਂ ਲਿਖ ਹੁੰਦਾ ਹੈਗਾ ਵੀ ਤੁਸੀਂ ਚੱਕ ਕੇ ਕਿਤੋਂ ਲਿਖ ਲਓ, ਯਾਨੀ ਕਿ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਲਿਖਤਾਂ ਨੂੰ ਆਲੇ ਦੁਆਲੇ ਦੇਖ ਕੇ ਕੋਕ ਕੇ ਤੇ ਫਿਰ ਲਿਖਣਾ ਪੈਂਦਾ ਹੈਗਾ। ਇੱਕ ਵਾਰੀ ਫਿਰ ਮੈਂ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਵੀ ਕਾਲਜ ਕੀਤਾ ਹੈਗਾ। ਅਗਲੇ ਹਫ਼ਤੇ ਤੁਹਾਨੂੰ ਮੈਂ ਮਿਲਦਾ। ਮੈਨੂੰ ਇੱਥੇ ਇਜਾਜ਼ਤ ਦਿਓ। ਥੈਂਕ ਯੂ ਵੈਰੀ ਮੱਚ। ਹੈਵ ਅ ਗੁੱਡ ਡੇ।